ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਕਟ ਬੁਲਾਵਨ ਕੀਨ ਤਬ ਭਾਈ ਗੁਰਦਾਸੂ। ਸਮਝਾਈ ਸਭ ਬਾਰਤਾ ਬੈਠਾਏ ਸੁਪਾਸੂ। ਨਿਕਟ ਬੁਲਾਵਨ ਕੀਨ ਤਬ ਭਾਈ ਗੁਰਦਾਸੂ। ਸਮਝਾਈ ਸਭ ਬਾਰਤਾ ਬੈਠਾਏ ਸੁਪਾਸੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ। 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ। ਦਇਆ ਨਿਧ ਮਿਹਰਾਮਤਾਂ ਦਾ ਸਾਗਰ। ਨੇਚਲ ਚੌਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵੱਡੇ ਭਾਗਾਂ ਸਦਕਾ ਇਹ ਮੁਕੱਦਸ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਲੰਬੇਰੇ ਸਮੇਂ ਤੋਂ ਚੱਲ ਰਹੀ ਪਾਵਨ ਦਰ ਘਰ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਪ੍ਰਸੰਗ ਜੀਵਨ ਦੀ ਗਾਥਾ ਜੋ ਲੜੀਵਾਰ ਰੂਪ ਅੰਦਰ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜਿਸ ਦੀ ਕਥਾ ਆਪਾਂ ਸ਼ਰਵਣ ਕਰ ਰਹੇ ਹਾਂ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਅੰਦਰ ਸ਼ਰਵਣ ਕੀਤਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਭ ਸੰਸਾਰ ਤੇ ਮਿਹਰਾਮਤਾਂ ਕਰਨ ਵਾਸਤੇ ਬੜੇ ਦਿਆਲੂ ਕਿਰਪਾਲੂ ਤਰੁੱਠੇ ਰਹਿੰਦੇ ਹਨ। ਜਿਸ ਤਰ੍ਹਾਂ ਸੰਤਾਂ ਭਗਤਾਂ ਨੂੰ ਜਾਂ ਕਹੋ ਵੀ ਕਮਲ ਦੇ ਫੁੱਲ ਨੂੰ ਤਾਂ ਸੂਰਜ ਚੰਗਾ ਲੱਗਦਾ, ਉੱਲੂਆਂ ਤੇ ਚੂਰਾਂ ਨੂੰ ਸੂਰਜ ਜ਼ਹਿਰਵਤ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸੂਰਜਵਤ ਹਨ। ਹਜ਼ੂਰ ਦੀ ਸੋਭਾ ਸੰਤਾਂ ਭਗਤਾਂ ਪ੍ਰੇਮੀਆਂ ਗੁਰਮੁਖਾਂ ਨੂੰ ਚੰਗੀ ਲੱਗਦੀ ਹੈ। ਉਹਨਾਂ ਦੇ ਹਿਰਦੇ ਰੂਪੀ ਕੌਲ ਖਿੜ ਜਾਂਦੇ ਹਨ। ਪਰੰਤੂ ਜਿਹੜੇ ਨਿੰਦਕ ਹੈ ਗੁਰੂ ਘਰ ਦੇ ਦੋਖੀ ਹੈ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਇੱਕ ਹੈ, ਹਜ਼ੂਰ ਦੀ ਮਹਿਮਾ ਸੋਭਾ ਇਸ ਨੂੰ ਚੰਗੀ ਨਹੀਂ ਲੱਗਦੀ। ਦਾਦਰ ਤੂੰ ਕਬਹਿ ਨਾ ਜਾਣ ਸਰੇ, ਪਕਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਕਸ ਰੇ। ਤੋ ਐਸੀ ਇਹਦੀ ਹਾਲਤ ਹੈ। ਮਹਾਰਾਜ ਨਾਲ ਝਗੜਾ ਕਰਦਾ ਹੋਇਆ, ਹੰਕਾਰ ਵਸ ਹੋਇਆ, ਬੁੱਧੀ ਤੇ ਪੜਦਾ ਪਿਆ ਪ੍ਰਿਥੀ ਚੰਦ ਦਿੱਲੀ ਦੇ ਦਰਬਾਰ ਨੂੰ ਫਰਿਆਦੀ ਹੋ ਤੁਰਿਆ ਸੀ। ਤੇ ਇੱਧਰ ਲਾਹੌਰ ਦੇ ਇਲਾਕੇ ਵਿੱਚ ਹੇਹਰ ਪਿੰਡ, ਜਿੱਥੇ ਸੁਲਹੀ ਨੇ ਇਹ ਪਿੰਡ ਪ੍ਰਿਥੀ ਚੰਦ ਨੂੰ ਦੇ ਦਿੱਤਾ ਸੀ ਪਟਾ ਲਿਖ ਕੇ ਸਮੇਂ ਵਾਸਤੇ,
ਸੁਲਹੀ ਦੀ ਮਦਦ ਨਾਲ ਤੇ ਕੁਝ ਹੋਰ ਮਾਇਆ ਕੋਲ ਹੋਣ ਕਾਰਨ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਘਟਾਉਣ ਵਾਸਤੇ ਜਾਂ ਉਹਦੀ ਬਰਾਬਰੀ ਕਰਨ ਵਾਸਤੇ ਇੱਥੇ ਹਰਿਮੰਦਰ ਸਾਹਿਬ ਵਾਂਗੂ ਹੀ ਇੱਕ ਸਰੋਵਰ ਪਟਵਾਇਆ। ਪਾਵਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਾਂਗੂ ਹੀ ਇੱਥੇ ਹਰਿਮੰਦਰ ਸਾਹਿਬ ਵੀ ਬਣਵਾਉਣਾ ਚਾਹਿਆ। ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਬਹੁਤ ਜ਼ੋਰ ਮਾਰਿਆ, ਪ੍ਰਚਾਰ ਕੀਤਾ ਇਸ ਸਥਾਨ ਦਾ, ਪਰ ਨਾ ਤਾਂ ਸਰੋਵਰ ਵਿੱਚ ਪਾਣੀ ਖੜਾ, ਜਲ ਸੁੱਕ ਗਿਆ ਸਰੋਵਰ, ਤੇ ਉਸ ਤਰ੍ਹਾਂ ਵੀ ਇਹਦੇ ਉਸ ਸਥਾਨ ਤੇ ਕੋਈ ਦਰਸ਼ਨ ਮੇਲੇ ਕਰਨ ਵਾਸਤੇ ਨਹੀਂ ਆਉਂਦਾ, ਨਾ ਜੋੜ ਮੇਲੇ ਭਰਦੇ ਹੈ। ਜਿਵੇਂ ਅੰਮ੍ਰਿਤਸਰ ਸਾਹਿਬ ਵਿਸਾਖੀ ਦੀਵਾਲੀ ਲੱਗਦੀ ਸੀ, ਇੱਥੇ ਕੋਈ ਨਹੀਂ ਆਉਂਦਾ ਸੀ। ਵੇਖ ਕੇ ਬੜਾ ਦੁਖੀ ਹੋਇਆ। ਸੁਲਹੀ ਨੂੰ ਮਿਲਦਾ, ਕਦੇ ਕਦੇ ਵਿਉਂਤਾਂ ਬਣਾਉਂਦੇ ਐ। ਆਖਦਾ ਸੁਲਹੀ ਮਿੱਤਰ, ਜੇਕਰ ਕਿਤੇ ਤੂੰ ਮੈਨੂੰ ਦਿੱਲੀ ਲੈ ਜਾਵੇਂ, ਜਾਣ ਲੱਗਾ ਇੱਧਰੋਂ ਪੰਜਾਬ ਤੋਂ, ਤੇ ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚ ਕੀਤੀ ਜਾਵੇ, ਉਹ ਮੈਨੂੰ ਮੇਰਾ ਖੋਇਆ ਹੱਕ ਭਾਵ ਗੁਰਿਆਈ ਦਵਾ ਸਕਦੇ ਆ। ਇਸ ਕੰਮ ਵਿੱਚ ਤੂੰ ਮੇਰੀ ਸਹਾਇਤਾ ਕਰ। ਵਾਰ-ਵਾਰ ਸੁਲਹੀ ਨੂੰ ਕਹਿੰਦਾ। ਸੁਲਹੀ ਆਖਦਾ ਕਿ ਮੇਰਾ ਕੁਝ ਕੁ ਦਿਨਾਂ ਦਾ ਕੰਮ ਰਹਿ ਗਿਆ ਬਸ ਇੱਥੇ, ਫਿਰ ਆਪਾਂ ਚੱਲਦੇ ਹਾਂ। ਇੱਧਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਦਿਆਲੂ ਹੈ, ਕਿਰਪਾਲੂ ਹੈ। ਅਕਿਰਤ ਕਨਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ। ਵਿਚਾਰ ਕੀਤੀ ਵੀ ਪ੍ਰਿਥੀ ਚੰਦ ਦਰ ਦਰ ਦੀਆਂ ਠੋਕਰਾਂ ਖਾਂਦਾ, ਅੰਮ੍ਰਿਤਸਰ ਸਾਹਿਬ ਛੱਡ ਦਿੱਤਾ ਹੈ, ਪਰਿਵਾਰ ਨੂੰ ਨਾਲ ਲਿਆ ਹੋਇਆ ਹੈ, ਛੋਟਾ ਜਿਹਾ ਉਹਦਾ ਬੱਚਾ ਹੈ, ਮਿਹਰਬਾਨ ਪਤਨੀ ਨਾਲ ਹੈ, ਡੰਡਾ ਡੋਰੀ ਗੱਡਿਆਂ ਤੇ ਲੱਦ ਕੇ ਦਰ ਬਦਰ ਦੀਆਂ ਠੋਕਰਾਂ ਖਾਵੇਗਾ। ਹੈ ਤਾਂ ਖੋਟਾ, ਪਰ ਪੁੱਤਰ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਹੀ ਹੈ ਨਾ। ਇਸ ਤਰ੍ਹਾਂ ਦੀ ਵਿਚਾਰ ਕੀਤੀ ਵੀ ਚਲੋ ਜੇ ਉਹ ਵਡਿਆਈ ਚਾਹੁੰਦਾ ਹੈ, ਵਡਿਆਈ ਦੇਵਾਂਗੇ, ਇੱਥੇ ਸੱਦ ਲਈਏ, ਫਿਰ ਵੱਡਾ ਭਰਾ ਹੈ, ਮਨਾ ਲਈਏ। ਦਿੱਲੀ ਫਰਿਆਦੀ ਹੋ ਗਿਆ, ਝਗੜਾ ਵਧੇਗਾ, ਗੁਰੂ ਘਰ ਦੀਆਂ ਸੰਗਤਾਂ ਨੂੰ ਦੁੱਖ ਪਹੁੰਚੇਗਾ, ਉਹ ਬੇਈਮਾਨ ਰਜਵਾੜੇ ਲੋਕਾਂ ਦਾ ਦਖਲ ਵਧੇਗਾ ਗੁਰੂ ਘਰ ਅੰਦਰ। ਇਸ ਤਰ੍ਹਾਂ ਦੀ ਵਿਚਾਰ ਕਰਦੇ ਹੋਏ ਸੱਚੇ ਪਾਤਸ਼ਾਹ ਜੀਆਂ ਭਾਈ ਗੁਰਦਾਸ ਜੀ ਨੂੰ ਪਾਸ ਬੁਲਾਇਆ ਸੀ। ਅੱਗੇ ਫਿਰ ਇੱਥੋਂ ਪ੍ਰਸੰਗ ਅੱਜ ਸ਼ੁਰੂ ਹੋਵੇਗਾ ਵੀ ਭਾਈ ਗੁਰਦਾਸ ਜੀ ਨੂੰ ਮਹਾਰਾਜ ਜਿਵੇਂ ਆਖਦੇ ਵੀ ਫਿਰ ਵੀ ਸਾਡੇ ਵੱਡੇ ਭਰਾਤਾ, ਮਨਾ ਕੇ ਉਹਨਾਂ ਨੂੰ ਜੋ ਕਹਿੰਦੇ ਆ ਉਹ ਮੰਨ ਜਾਓ। ਆਖੋ ਕਿ ਗੁਰੂ ਅਰਜਨ ਦੇਵ ਜੀ ਤੁਹਾਨੂੰ ਸਾਰਾ ਕੁਝ ਦੇਣ ਨੂੰ ਤਿਆਰ ਹੈ। ਈਰਖਾ, ਹਠ, ਖੋਟ ਪੁਣਾ ਛੱਡ ਕੇ ਇੱਕ ਵਾਰੀ ਮੁੜ ਕੇ ਅੰਮ੍ਰਿਤਸਰ ਸਾਹਿਬ ਆ ਕੇ ਫਿਰ ਵਸ ਜਾਓ, ਜੋ ਚਾਹੀਦਾ ਲੈ ਲਓ। ਇਹ ਸੁਨੇਹਾ ਭਾਈ ਗੁਰਦਾਸ ਜੀ ਦੇ ਹੱਥ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭੇਜਿਆ। ਮਹਾਰਾਜ ਦੇ ਘੱਲੇ ਹੋਏ ਭਾਈ ਗੁਰਦਾਸ ਸਾਹਿਬ ਜੀ ਪ੍ਰਿਥੀ ਚੰਦ ਨੂੰ ਮਿਲੇ ਹੇਹਰ ਪਿੰਡ ਜਾ ਕੇ। ਜੋ ਉੱਥੇ ਗੋਸ਼ਟੀ ਹੋਈ, ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਨਾਲ ਵੀ ਝਗੜਾ ਕੀਤਾ, ਭਾਵੇਂ ਕਿ ਰਿਸ਼ਤੇ ਵਿੱਚ ਮਾਮਾ ਲੱਗਦੇ ਸਨ ਭਾਈ ਗੁਰਦਾਸ ਜੀ। ਉਹ ਕਥਾ, ਉਹ ਪ੍ਰਸੰਗ ਆ ਜਾਵੇਗਾ। ਚਿੱਤ ਬਿਰਤੀ ਇਕਾਗਰ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰੂ ਨਿਰਦੇ ਵਸਾਈਏ। ਆਖਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਕਟ ਬੁਲਾਵਨ ਕੀਨ ਤਬ। ਤੋ ਕਵੀ ਜੀ ਦੱਸਦੇ ਐ ਮਹਾਰਾਜ ਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਵੀ ਚਲੋ ਫੇਰ ਵੀ ਸਾਡਾ ਵੱਡਾ ਭਰਾ ਹੈ ਪ੍ਰਿਥੀ ਚੰਦ, ਇਹਦੇ ਨਾਲ ਸੁਲ੍ਹਾ ਕੀਤੀ ਜਾਵੇ। ਘਰਾਂ 'ਚ ਕਲੇਸ਼ ਚੰਗੇ ਨਹੀਂ ਲੱਗਦੇ। ਸਭ ਆਖਣਗੇ ਵੀ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੱਕ ਬੜੀ ਸ਼ਾਂਤੀ ਰਹੀ ਹੈ,
ਤੇ ਪ੍ਰਿਥੀ ਚੰਦ ਦੀ ਖੋਟਾਈ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੀ ਬਦਨਾਮੀ ਹੋਵੇਗੀ। ਤੋ ਇਸ ਤਰ੍ਹਾਂ ਦੀ ਵਿਚਾਰ ਮਨ ਵਿੱਚ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਕੀਤੀ ਤੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਸੱਦਿਆ ਤਾਂ ਕਿ ਪ੍ਰਿਥੀ ਚੰਦ ਨੂੰ ਸਮਝਾਇਆ ਜਾ ਸਕੇ। ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਦੇ ਚਾਚੇ ਦੇ ਪੁੱਤਰ ਸਨ, ਈਸ਼ਰਦਾਸ ਜੀ ਦੇ ਪੁੱਤਰ, ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ, ਜਿਸ ਕਰਕੇ ਰਿਸ਼ਤੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਬਾਬਾ ਮਹਾਦੇਵ ਜੀ, ਬਾਬਾ ਪ੍ਰਿਥੀ ਚੰਦ ਇਹਨਾਂ ਦੇ ਮਾਮਾ ਲੱਗਦੇ ਸੀ। ਤੇ ਮਹਾਰਾਜ ਨੇ ਵਿਚਾਰਿਆ ਵੀ ਪ੍ਰਿਥੀ ਚੰਦ ਚਲੋ ਸਾਡਾ ਭਰਾ ਹੋਣ ਕਰਕੇ ਹੋਰ ਕਿਸੇ ਦੂਜੇ ਤੀਜੇ ਦੀ ਗੱਲ ਮੋੜੇਗਾ, ਕਿਉਂ ਨਾ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਆ। ਭਾਈ ਗੁਰਦਾਸ ਸਾਡੇ ਸਾਰਿਆਂ ਦੇ ਸਾਂਝੇ ਆ, ਫਿਰ ਜਿੰਨਾ ਰਿਸ਼ਤਾ ਮੇਰਾ ਹੈ, ਸਾਡਾ ਹੈ, ਉਹਨਾਂ ਹੀ ਪ੍ਰਿਥੀ ਚੰਦ ਦਾ ਹੈ। ਵਿਚਾਰ ਕਰਕੇ ਤੇ ਭਾਈ ਗੁਰਦਾਸ ਜੀ ਨੂੰ ਪਾਸ ਸੱਦਿਆ ਹੈ। ਭਾਈ ਗੁਰਦਾਸੂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਹਜ਼ੂਰ ਨੇ ਸਿੱਖ ਹੱਥ ਸੱਦਾ ਭੇਜ ਆਪਣੇ ਪਾਸ ਬੁਲਾਇਆ ਸਮਝਾਈ ਸਭ ਬਾਰਤਾ। ਤੇ ਸਾਰੀ ਜਿਹੜੀ ਵਾਰਤਾ ਹੈ, ਗੱਲਬਾਤ ਪ੍ਰਿਥੀ ਚੰਦ ਦੇ ਪਰਥਾਏ ਉਹ ਸਮਝਾਉਣ ਲੱਗੇ ਹਨ। ਬੈਠਾਏ ਸੁਪਾਸੂ ਆਖਿਆ ਹੈ ਭਾਈ ਗੁਰਦਾਸ ਜੀ ਆਓ ਸਾਡੇ ਪਾਸ ਬੈਠੋ, ਤੁਹਾਨੂੰ ਅਸੀਂ ਦੱਸਦੇ ਹਾਂ ਕਿਸ ਕਾਰਨ ਵਾਸਤੇ ਤੁਹਾਨੂੰ ਸੱਦਿਆ ਹੈ। ਭਰਾਤਾ ਪ੍ਰਿਥੀਆ ਹੈ ਹਰੀ। ਕਹਿਣ ਲੱਗੇ ਹਜ਼ੂਰ ਹੈ ਸਾਡੇ ਰਿਸ਼ਤੇ ਵਿੱਚ ਲੱਗਦੇ ਮਾਮਾ ਜੀ, ਆਪ ਵੱਡੇ ਹੋ ਭਾਈ ਗੁਰਦਾਸ ਸਾਹਿਬ, ਭਰਾਤਾ ਪ੍ਰਿਥੀਆ ਹੈ ਹਰੀ, ਸਾਡਾ ਜਿਹੜਾ ਵੱਡਾ ਭਰਾ ਹੈ ਪ੍ਰਿਥੀ ਚੰਦ, ਤੁਸੀਂ ਜਾਣਦੇ ਹੋ ਵੀ ਸਾਡੇ ਨਾਲ ਝਗੜਾ ਕਰਦਾ ਹੋਇਆ ਈਰਖਾ ਵਸ ਇੱਥੋਂ ਚਲਾ ਗਿਆ। ਤੇ ਸੁਣਿਆ ਵੀ ਉਹ ਲਾਹੌਰ ਦੇ ਲਾਗੇ ਹੇਹਰ ਪਿੰਡ ਹੈ ਜਿੱਥੇ ਉਹ ਠਹਿਰਿਆ ਹੋਇਆ ਹੈ। ਤਹੀਂ ਤੁਮ ਚੱਲ ਜਾਵੋ। ਤੇ ਤੁਸੀਂ ਸਾਡਾ ਬਚਨ ਮੰਨ ਕੇ ਹੇਰ ਪਿੰਡ ਜਾਓ ਜਿੱਥੇ ਪ੍ਰਿਥੀ ਚੰਦ ਰੁਕਿਆ ਹੈ। ਬਚਨ ਕਹਾ ਸੁਨ ਮਾਨਸੋ। ਤੇ ਸਾਡੇ ਭਰਾ ਪ੍ਰਿਥੀ ਚੰਦ ਨੂੰ ਬੜੇ ਅਦਬ ਸਤਕਾਰ ਪ੍ਰੇਮ ਦੇ ਨਾਲ ਵਡਿਆਈ ਦੇ ਸਤਕਾਰ ਦੀਆਂ ਗੱਲਾਂ ਬਚਨ ਆਖ ਕੇ ਨਗਰੀ ਨਿਜ ਲਿਆਵੋ। ਆਪਣੀ ਇਸ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਪਸ ਲੈ ਆਓ। ਉਹਨਾਂ ਨੂੰ ਵਡਿਆਈ ਦੇ ਬਚਨ ਕਰਕੇ ਪ੍ਰੇਮ ਦੇ ਨਾਲ ਸਮਝਾ ਬੁਝਾ ਕੇ ਨਾ, ਹੇ ਮਾਮਾ ਜੀ ਆਪ ਪ੍ਰਿਥੀ ਚੰਦ ਨੂੰ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਮੋੜ ਲਿਆਓ। ਆਏ ਉਪਾਏ ਨ ਅਨੇਕ ਬਿਧ। ਤੇ ਸਾਡੇ ਵੱਲੋਂ ਆਖਣਾ ਪ੍ਰਿਥੀ ਚੰਦ ਨੂੰ ਕਿ ਹੇ ਪ੍ਰਿਥੀ ਚੰਦ, ਤੁਹਾਡੇ ਭਰਾ ਅਰਜਨ ਦੇਵ ਕਹਿੰਦੇ ਆ ਵੀ ਜਿੰਨੀਆਂ ਉਪਾਇਨ ਭੇਟਾਵਾਂ ਅਨੇਕਾਂ ਤਰ੍ਹਾਂ ਦੀਆਂ ਆ ਰਹੀਆਂ ਹਨ, ਧਨ ਦੌਲਤ ਵਸਤਰ ਕੱਪੜਾ, ਜੋ ਕੁਝ ਵੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਆਉਂਦਾ ਹੈ, ਧਨ ਵਸਤ ਮਹਾਨਾ। ਚਾਹੇ ਉਹ ਧਨ ਹੈ, ਘੋੜੇ ਹੈ, ਹੋਰ ਸ਼ਾਨੋ ਸ਼ੌਕਤ ਸੋਨਾ ਚਾਂਦੀ, ਮਹਾਨ ਬਹੁਤਾ ਹੀ, ਸੋ ਸਭ ਤੁਝ ਕਾ ਅਰਪ ਹੈ। ਤੇ ਆਖਣਾ ਵੀ ਤੁਹਾਡੇ ਭਰਾ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਆ ਜਾਓ, ਸਾਰੇ ਦਾ ਸਾਰਾ ਧਨ ਦੌਲਤ ਮਾਇਆ, ਇਸ ਤੋਂ ਬਾਅਦ ਖੁੱਲੀ ਜਿਹੜੀ ਸ਼ਾਨੋ ਸ਼ੌਕਤ ਹੈ, ਹਾਥੀ ਘੋੜੇ ਆਦਿਕ ਜੋ ਵੀ ਸੰਗਤਾਂ ਲੈ ਆਉਂਦੀਆਂ, ਉਹ ਸਾਰਾ ਕੁਝ ਤੁਹਾਨੂੰ ਦੇ ਦੇਵਾਂਗੇ। ਬਰਤਹ ਹਮ ਸਾਨਾ। ਤੇ ਸਾਡੇ ਸਾਨਾ ਬਰਾਬਰ ਹੋ ਕੇ ਵਰਤੋ, ਭਾਵ ਤੁਸੀਂ ਗੁਰੂ ਘਰ ਵਿੱਚ ਬਰਾਬਰ ਦੇ ਹੋ ਕੇ ਰਹੋ। ਚਾਹੇ ਇਹਦਾ ਅਰਥ ਇਹ ਨਹੀਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲਾਂ ਬਰਾਬਰ ਨਹੀਂ ਸਮਝਦੇ ਸਨ, ਹਜ਼ੂਰ ਜਾਣਦੇ ਤਾਂ ਬਰਾਬਰੀ ਹੈ, ਕਿਉਂਕਿ ਗਰੀਬ ਨਵਾਜ ਮਹਾਰਾਜ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ, ਮਹਾਰਾਜ ਦਾ ਸੁਭਾਅ ਐਸਾ ਹੈ। ਤੇ ਪ੍ਰਿਥੀ ਚੰਦ ਤਾਂ ਫੇਰ ਭਰਾਤਾ ਸਨ, ਇਹਨਾਂ ਨਾਲ ਈਰਖਾ ਮਹਾਰਾਜ ਕਿਵੇਂ ਕਰ ਸਕਦੇ ਆ। ਮਹਾਰਾਜ ਕਹਿੰਦੇ ਖੁੱਲੇ ਦਿਲ ਨਾਲ ਪ੍ਰਿਥੀ ਚੰਦ ਈਰਖਾ ਛੱਡ ਕੇ ਤੇ ਸਾਡੇ ਸਾਰਿਆਂ ਦੇ ਨਾਲ ਰਲ ਮਿਲ ਕਰਕੇ ਰਹਿ ਲਓ। ਤੁਸੀਂ ਤਜਹਾ ਵਿਰੋਧ ਸੋ ਕ੍ਰੋਧ ਕੋ। ਆਪਦਾ ਗੁੱਸਾ ਛੱਡ ਦੇਵੇ, ਕ੍ਰੋਧ ਵੀ ਛੱਡ ਦੇਵੇ, ਵਿਰੋਧ ਈਰਖਾ ਸਭ ਛੱਡ ਦਿਓ। ਵੱਡ ਕਲਹਾ ਮੂਲੰ। ਕਿਉਂਕਿ ਜਿਹੜਾ ਕ੍ਰੋਧ ਹੈ ਉਹ ਵੱਡੀ ਕਲਾ ਦਾ, ਵੱਡੇ ਝਗੜੇ ਦਾ ਮੂਲ ਕਹੀਏ ਮੁੱਢ ਹੁੰਦਾ ਹੈ। ਸਾਰੇ ਝਗੜੇ ਦਾ ਮੁੱਢ ਕ੍ਰੋਧ ਹੁੰਦਾ ਹੈ। ਤੇ ਪ੍ਰਿਥੀ ਚੰਦ ਨੂੰ ਆਖਣਾ ਮਾਮਾ ਗੁਰਦਾਸ ਜੀ ਵੀ ਸਾਰੇ ਦਾ ਸਾਰਾ ਕ੍ਰੋਧ ਜਿਹੜਾ
ਸਾਰੇ ਝਗੜੇ ਦੀ ਜੜ ਹੈ। ਈਰਖਾ ਕ੍ਰੋਧ ਸਭ ਛੱਡ ਕੇ ਆ ਜਾਵੇ। ਨਹਿ ਰਾਖੈ ਭੇਦ ਹਮ ਨਹਿ ਰਾਖੈ ਭੇਦ ਕੋ। ਤੇ ਅਸੀਂ ਕੋਈ ਵੀ ਜੇ ਪ੍ਰਿਥੀ ਚੰਦ ਸਾਰੇ ਔਗਣ ਛੱਡ ਕੇ ਆਵੇ, ਅਸੀਂ ਕੋਈ ਵੀ ਉਹਦੇ ਨਾਲ ਭੇਦ ਨਹੀਂ ਰੱਖਾਂਗੇ। ਨਿਤ ਤਬ ਅਨਕੂਲੰ। ਤੇ ਆਖਣਾ ਵੀ ਗੁਰੂ ਅਰਜਨ ਦੇਵ ਕਹਿੰਦੇ ਪ੍ਰਿਥੀ ਚੰਦ ਅਸੀਂ ਤੇਰੇ ਅਨੁਸਾਰ ਹੀ ਹੋ ਕੇ ਰਵਾਂਗੇ, ਤੇਰੇ ਅਧੀਨ ਹੋ ਕਰਕੇ ਰਹਾਂਗੇ, ਜਿਵੇਂ ਤੂੰ ਆਖੇਂਗਾ ਉਸੇ ਤਰ੍ਹਾਂ ਕਰਿਆ ਕਰਾਂਗੇ। ਹੋਏ ਨਿਸ਼ਕਪਟ ਚਲੀਜੀਏ। ਬਸ ਇਹੀ ਆਖਣਾ ਵੀ ਨਿਸ਼ਕਪਟ ਹੋ ਕੇ, ਧੋਖੇ ਧੜੀ ਤੋਂ ਮਨ ਦੇ ਢਿੱਡ ਦੀ ਮੈਲ ਕੋੜ ਗਵਾ ਕੇ ਸਾਡੇ ਨਾਲ ਆ ਜਾਵੇ। ਮਾਲਕ ਸਭ ਤੇ ਕੇਰੇ। ਸਭ ਕਾਸੇ ਦੇ ਮਾਲਕ ਬਣ ਜਾਵੇ, ਸਾਡੇ ਨਾਲ ਚਲਾ ਜਾਵੇ। ਇਹ ਆਖੋ ਭਾਈ ਗੁਰਦਾਸ ਜੀ ਵੀ ਸਭ ਕੁਝ ਈਰਖਾ ਕਪਟ ਧੋਖਾ ਛੱਡ ਕੇ ਤੇ ਸਾਡੇ ਨਾਲ ਭਾਵ ਤੁਸੀਂ ਉਹਨੂੰ ਆਪਣੇ ਨਾਲ ਲੈ ਆਓ। ਤੇ ਆਖਣਾ ਵੀ ਤੁਹਾਡੇ ਭਰਾਤਾ ਜੀ ਇਸ ਤਰ੍ਹਾਂ ਆਖਦੇ ਆ ਵੀ ਸਭ ਕੁਝ ਦੇ ਦਿਆਂਗੇ, ਬਸ ਢਿੱਡ ਦੀ ਮੈਲ ਕੋੜ ਈਰਖਾ ਤੇ ਗੁੱਸਾ ਛੱਡ ਦੇਵੇ। ਚਾਹਾ ਭਲਾ ਸਭ ਹੋਨ ਕੋ। ਕਿਉਂਕਿ ਇੱਥੇ ਆਵੇ ਅੰਮ੍ਰਿਤਸਰ ਰਵੇ ਜੀ ਸਦਕੇ ਤੇ ਸਾਰਿਆਂ ਦਾ ਭਲਾ ਚਾਹਵੇ, ਸਾਰਿਆਂ ਦੇ ਨਾਲ ਹੱਸੇ ਖੇਡੇ ਮਿਲ ਕੇ ਰਹੇ, ਕਿਸੇ ਨਾਲ ਈਰਖਾ ਦਵੈਸ਼ ਨਾ ਕਰੇ। ਹਰ ਖਾ ਸੁਖ ਹੇਰੇ। ਤੇ ਸਾਰਿਆਂ ਦੇ ਸੁੱਖ ਵੇਖ ਵੇਖ ਕੇ ਖੁਸ਼ ਹੋਵੇ, ਆਪ ਵੀ ਖੁਸ਼ ਰਵੇ ਤੇ ਦੂਜਿਆਂ ਨੂੰ ਸੁਖੀ ਵੇਖ ਕੇ ਆਪ ਸੁਖੀ ਰਵੇ, ਖੁਸ਼ੀਆਂ ਮਾਣੇ। ਵੱਡ ਸਥਾਨ ਅਬ ਹੋਜੀਏ। ਤੇ ਆਖੋ ਵੀ ਇੱਥੇ ਆ ਕੇ ਅੰਮ੍ਰਿਤਸਰ ਸਾਹਿਬ ਵੱਡੇ ਸਥਾਨ ਭਾਵ ਸਾਡੇ ਪਿਓ ਦਾਦਿਆਂ ਦੇ ਤੋਲੋ ਨਾ ਵੱਡਿਆਂ ਵਰਗੇ ਹੋ, ਪ੍ਰਿਥੀ ਚੰਦ ਸਾਡੇ ਵੱਡੇ ਭਰਾ ਹੋ ਤੇ ਵੱਡਾ ਸਥਾਨ ਜਾਣ ਕੇ ਅਬ ਹੂਜੀਏ, ਵੱਡਿਆਂ ਦੀ ਥਾਵੇਂ ਉੱਚੇ ਥਾਵੇਂ ਬੈਠੋ ਆ ਕਰਕੇ। ਔਰ ਸਰਲ ਸੁਭਾਉ। ਤੇ ਔਰ ਹਿਰਦੇ ਦਾ ਮਨ ਦਾ ਸੁਭਾਅ ਸਿੱਧਾ ਕਰ ਲਓ, ਬਸ ਵੀ ਇਹੀ ਮੰਗ ਹੈ। ਆਖੋ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਵੀ ਸਾਰਾ ਕੁਝ ਤੁਸੀਂ ਲੈ ਲਓ ਪਰ ਮਨ ਸਿੱਧਾ ਕਰ ਲਓ, ਮਨ ਦੀ ਟੇਢਤਾਈ ਛੱਡ ਦਿਓ, ਈਰਖਾ ਛੱਡ ਦਿਓ, ਕੋੜ ਦਵੈਖ ਤੇ ਕ੍ਰੋਧ ਜਿਹੜਾ ਹੈ ਇਹ ਛੱਡ ਦੇਵੇ ਤੇ ਜੋ ਆਖੇਗਾ ਅਸੀਂ ਉਵੇਂ ਹੀ ਕਰਾਂਗੇ। ਸਾਥੋਂ ਸਾਰਾ ਕੁਝ ਲੈ ਲਵੇ, ਬਸ ਹਿਰਦੇ ਦਾ ਸੁਭਾਅ ਦਾ ਸਿੱਧਾ ਹੋ ਜਾਵੇ। ਅਵਗੁਣ ਅਲਪਨ ਕੇ ਤਜਹਾ। ਤੇ ਜਿਹੜੇ ਗੁਣ ਆ ਨਾ ਆਖਣਾ ਵੀ ਸਾਨੂੰ ਨਿੱਕਾ ਜਾਣ ਕੇ ਆਪਦਾ ਭਰਾ ਵੀ ਆਖੋ ਭਾਈ ਗੁਰਦਾਸ ਜੀ ਵੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਇਹ ਪ੍ਰਿਥੀ ਚੰਦ ਅਸੀਂ ਛੋਟੇ ਆ ਤੁਹਾਥੋਂ ਤੇ ਛੋਟੇ ਜਾਣ ਕੇ ਸਾਡੇ ਸਾਰੇ ਔਗਣਾਂ ਨੂੰ ਮਾਫ ਕਰ ਦੇਵੇ। ਰੱਛਾ ਸਭ ਕਾਓ। ਤੇ ਸਭ ਸਮੇਂ ਸਾਡੀ ਰੱਛਾ ਕਰੇ, ਸਾਡਾ ਸਭ ਤਰ੍ਹਾਂ ਦੇ ਨਾਲ ਰੱਖਿਆ ਕਰਨ ਵਾਲਾ ਵੱਡਾ, ਜਿਵੇਂ ਬੱਚੇ ਦੀ ਰੱਖਿਆ ਮਾਂ-ਬਾਪ ਕਰਦਾ ਹੈ, ਇਸ ਤਰ੍ਹਾਂ ਸਾਡੀ ਰੱਖਿਆ ਕਰਨ ਵਾਲਾ ਬਣ ਜਾਵੇ। ਤੁਬ ਆਇਸ ਮਹਿ ਸਭ ਚੱਲਹਿ। ਤੇ ਆਖਣਾ ਵੀ ਪ੍ਰਿਥੀ ਚੰਦ ਜੇ ਤੂੰ ਇਸ ਤਰ੍ਹਾਂ ਦਾ ਬਣ ਕੇ ਆ ਜਾਵੇਂ ਨਾ ਤੇ ਅਰਜੁਨ ਦੇਵ ਜੀ ਕਹਿੰਦੇ ਆ ਸਾਰੇ ਤੇਰੀ ਆਗਿਆ ਵਿੱਚ ਚੱਲਣਗੇ, ਜਿਵੇਂ ਤੂੰ ਆਖੇਂਗਾ ਅੰਮ੍ਰਿਤਸਰ ਸਾਹਿਬ ਉਸੇ ਤਰ੍ਹਾਂ ਹੋਇਆ ਕਰੇਗਾ। ਹਮ ਆਦਿਕ ਜੇਤੇ। ਸਾਡੇ ਤੋਂ ਬਿਨਾਂ ਜਿੰਨੇ ਵੀ ਹੋਰ ਸਾਰੇ ਆ ਸਭ ਤੇਰੀ ਆਗਿਆ ਵਿੱਚ ਚੱਲਣਗੇ, ਸਿੱਖ ਵੀ ਸੇਵਕ ਵੀ ਸਭ ਗੁਰੂ ਘਰ ਦੇ ਮਸੰਦ ਤੇ ਜਿੰਨੀ ਸੇਵਾ ਹੁੰਦੀ ਹੈ ਸਭ ਤੇਰੇ ਆਖੇ ਹੋਇਆ ਕਰੇਗੀ। ਕਲਹ ਕੁਟੰਬ ਕੀ ਭਲੀ ਨਹਿ। ਕਿਉਂਕਿ ਜਿਹੜੇ ਪਰਿਵਾਰਾਂ ਦੇ ਝਗੜੇ ਹੁੰਦੇ ਆ ਨਾ ਪ੍ਰਿਥੀ ਚੰਦ ਉਹ ਚੰਗੇ ਨਹੀਂ ਹੁੰਦੇ, ਉਹਦੇ ਨਤੀਜੇ ਕੋਈ ਸ਼ੋਭਾ ਵਾਲੇ ਨਹੀਂ ਨਿਕਲਦੇ, ਕਿਸੇ ਦਾ ਭਲਾ ਨਹੀਂ ਹੁੰਦਾ ਪਰਿਵਾਰਾਂ ਦੇ ਝਗੜਿਆਂ ਵਿੱਚੋਂ। ਕੀ ਜਹ ਚਿਤ ਚੇਤੇ। ਇਹ ਚਿੱਤ ਦੇ ਵਿੱਚ ਸਦਾ ਚੇਤੇ ਰੱਖਣਾ ਕਰ, ਯਾਦ ਕਰ ਵੀ ਝਗੜਿਆਂ ਵਿੱਚੋਂ ਕਦੇ ਅੱਜ ਤੱਕ ਕਿਸੇ ਨੇ ਕੁਝ ਨਹੀਂ ਖੱਟਿਆ, ਚਾਹੇ ਕੌਰਵ ਪਾਂਡਵ ਹੋਣ ਤੇ ਚਾਹੇ ਰਾਘਵ ਕੁਲ ਦੇ ਹੋਣ, ਕਿਸੇ ਨੇ ਅੱਜ ਤੱਕ ਝਗੜਿਆਂ ਵਿੱਚੋਂ ਪਰਿਵਾਰਾਂ ਨੇ ਕੁਝ ਖੱਟਿਆ ਨਹੀਂ ਹੈ। ਹਾਰੇ ਤੇ ਸੁਖ ਹੋਤ ਹੈ। ਤੇ ਜੇ ਕੋਈ ਜਿੱਦ ਕਰੇ ਵੀ ਮੈਂ ਝਗੜਨਾ ਹੀ ਝਗੜਨਾ ਹੈ, ਪਰਿਵਾਰ ਕੋਈ ਹੱਠ ਕਰੇ ਪਰਿਵਾਰ ਵਿੱਚੋਂ, ਜੇ ਤਾਂ ਹਾਰ ਜਾਵੇ ਉਹਨਾਂ ਚੋਂ ਇੱਕ ਭਾਵ ਵੀ ਆਪਣੀ ਜਿੱਦ ਹਾਰ ਦੇਵੇ, ਜਿੱਦ ਛੱਡ ਦੇਵੇ, ਫਿਰ ਤਾਂ ਪਰਿਵਾਰਾਂ ਵਿੱਚ ਸੁੱਖ ਹੋ ਜਾਂਦਾ ਹੈ, ਸੁਲਾਹ ਹੋ ਜਾਂਦੀ ਹੈ। ਜੀਤੇ ਦੁਖ ਹੋਈ। ਤੇ ਜੇ ਕੋਈ ਆਖੇ ਵੀ ਮੈਂ ਜਿੱਤਣਾ ਹੈ, ਭਾਵ ਹੱਠ ਕਰੇ ਜਿੱਤਣ ਦੀ, ਅੜਬ ਸੁਭਾਅ ਧਾਰੇ ਨਿਵੇਂ ਨਾ, ਤੇ ਫਿਰ ਦੁੱਖ ਹੀ ਦੁੱਖ ਹੁੰਦਾ ਹੈ, ਕਿਸੇ ਦੇ ਹੱਥ ਪੱਲੇ ਕੁਛ ਨਹੀਂ ਪੈਂਦਾ,
ਤੇ ਹੱਥ ਪੱਲੇ ਰਹਿੰਦਾ ਵੀ ਕੱਖ ਨਹੀਂ ਹੈ। ਆਪ ਜਸ ਪਸਰਹਿ ਸਕਲ ਤੇ ਮਹਿ, ਸਭ ਪਾਸੇ ਵਡਿਆਈ ਦੀ ਥਾਂ ਤੇ ਅਪਜਸ ਕਈ ਨਿੰਦਾ ਹੁੰਦੀ ਹੈ। ਭਰਾਵਾਂ ਨੂੰ ਲੜਦਿਆਂ ਵੇਖ ਕੇ ਸਭ ਸੰਸਾਰ ਮਜ਼ਾਕ ਉਡਾਉਂਦਾ ਹੈ। ਸਭ ਪਾਸੇ ਨਿੰਦਾ ਹੁੰਦੀ ਹੈ ਵੀ ਪਹਿਲਾਂ ਬਚਪਨ ਤੋਂ ਲੈ ਕੇ ਇੱਕੋ ਥਾਲੀ ਵਿੱਚ ਖਾਂਦੇ ਰਹੇ ਆ ਤੇ ਹੁਣ ਵੇਖੋ ਕਿਵੇਂ ਇੱਕ ਦੂਜੇ ਦਾ ਜਲੂਸ ਕੱਢਦੇ ਆ, ਵੇਖੋ ਕਿਵੇਂ ਇੱਕ ਦੂਜੇ ਤੇ ਤੋਹਮਤਾਂ ਲਾਉਂਦੇ ਆ। ਆਖਣਾ ਪ੍ਰਿਥੀ ਚੰਦ, ਇਹ ਆਖੋ ਭਾਈ ਗੁਰਦਾਸ ਜੀ ਸਾਡੇ ਭਰਾਤਾਂ ਨੂੰ ਸਮਝਾਓ ਜਾ ਕਰਕੇ ਹੇਰ ਲਾਹੌਰ ਜਾ ਕੇ ਵੀ ਝਗੜਿਆਂ ਵਿੱਚੋਂ ਕਿਸੇ ਕੁਝ ਨਹੀਂ ਖੱਟਿਆ। ਪਰਿਵਾਰਾਂ ਭਰਾਵਾਂ ਨੇ ਕੇਵਲ ਨਿੰਦਾ ਹੁੰਦੀ ਹੈ ਤਿਕ ਜੀਵਨ ਸੋਈ। ਤੇ ਉਹ ਜੀਵਾਂ ਦਾ ਧ੍ਰਿਗ ਹੁੰਦਾ ਹੈ। ਹੱਠ ਕਰਨ ਵਾਲੇ ਨੂੰ ਸਦਾ ਨਿੰਦਾ ਸਹਿਣੀ ਪੈਂਦੀ ਹੈ ਤੇ ਸੰਸਾਰ ਤੇ ਸਭ ਪਾਸਿਓਂ ਲਾਣਤਾਂ ਪੈਂਦੀਆਂ ਹਨ। ਜਿੱਦ ਕਰਨ ਵਾਲੇ ਨੂੰ, ਅੜੀ ਕਰਨ ਵਾਲੇ ਨੂੰ ਸਭ ਪਾਸਿਓਂ ਲਾਣਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿੰਦਾ ਹੁੰਦੀ ਹੈ। ਸਤਿਗੁਰ ਗਾਦੀ ਵੱਡੀ ਹੈ, ਸਮਝਾਓ ਜਾ ਕੇ ਸਾਡੇ ਭਰਾਤਾਂ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਜਿਹੜੀ ਨਾ ਤਖਤ ਤੋਂ ਬਹੁਤ ਵੱਡਾ ਹੈ। ਇਸ ਲਾਇਕ ਹੂਜੇ। ਤੇ ਪ੍ਰਿਥੀ ਚੰਦ ਨੂੰ ਆਖੋ ਵੀ ਇਹਦੇ ਲਾਇਕ ਹੋ ਜਾਵੇ। ਜਿਹੜਾ ਤਖਤ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ, ਵੱਡਾ ਹੈ ਤੇ ਸਤਿਗੁਰਾਂ ਦੇ ਤਖਤ ਦੇ ਵਰਗਾ ਬਣ ਜਾਵੇ। ਤਖਤ ਬਹਿ ਤਖਤੈ ਕੀ ਲਾਇਕ, ਵੀ ਤਖਤ ਤੇ ਤਾਂ ਉਹ ਬਹਿੰਦਾ ਨਾ ਜਿਹੜਾ ਤਖਤ ਦੇ ਲਾਇਕ ਬਣਦਾ। ਯੋਗਤਾ ਧਾਰ ਲਵੇ, ਔਗਣ ਛੱਡ ਦੇਵੇ ਤੇ ਗੁਣਾਂ ਦਾ ਧਾਰਨੀ ਹੋ ਜਾਵੇ। ਇਸ ਤਰ੍ਹਾਂ ਦਾ ਬਣ ਜਾਵੇ। ਸਿੱਖ ਸੇਵਕ ਸਿਆਨੋ ਸੋ ਮਤ। ਤੇ ਜਿਹੜੇ ਸਿਆਣੇ ਸੇਵਕ ਆ ਨਾ, ਸ਼੍ਰੇਸ਼ਟ ਮਤ ਵਾਲੇ, ਸੋਭਾ ਵਾਲੇ ਸਿਆਣੇ ਸਿੱਖ ਹਨ। ਜਿਹ ਪਿਖ ਸਭ ਪੂਜੇ। ਤੇ ਉਹ ਜਿਵੇਂ ਵੇਖ ਕੇ ਤਖਤ ਨੂੰ ਪੂਜਦੇ ਆ। ਭਾਵ ਵੀ ਤਖਤ ਵੱਡਾ ਹੈ ਨਾ, ਤੇ ਜਿਹੜੇ ਸਿਆਣੇ ਸਿੱਖ ਆ ਤਖਤ ਨੂੰ ਵੇਖਦੇ ਆ, ਤਖਤ ਦੀ ਸੋਭਾ ਜਾਂ ਇਹੋ ਜਿਹਾ ਬਣ ਕੇ ਆਵੇ ਵੀ ਜਿਹਨੂੰ ਵੇਖ ਕੇ ਸਾਰੇ ਸਿੱਖ ਤੇਰੀ ਪੂਜਾ ਕਰਿਆ ਕਰਨ। ਗੁਣ ਵੇਖ ਕੇ ਪੁਨ ਪਰਲੋਕ ਵਿਸਾਲ ਸੁਖ। ਇਹ ਉਹ ਤਖਤ ਹੈ ਜਿਹੜਾ ਸਿੱਖ ਇਹਨੂੰ ਪੂਜਦਾ ਹੈ, ਉਹਨੂੰ ਇੱਥੇ ਤਾਂ ਸੁੱਖ ਮਿਲਦੇ ਹੀ ਮਿਲਦੇ ਆ, ਪਰਲੋਕ ਦੇ ਵੀ ਸੁੱਖ ਪ੍ਰਾਪਤ ਹੁੰਦੇ ਹਨ। ਸ਼ੁਭ ਗੁਣ ਤੇ ਹੋਵੈ। ਸ਼੍ਰੇਸ਼ਟ ਗੁਣਾਂ ਦੇ ਨਾਲ। ਸ਼੍ਰੇਸ਼ਟ ਗੁਣ ਪ੍ਰਿਥੀ ਚੰਦ ਨੂੰ ਸਮਝਾਓ ਮਾਮਾ ਭਾਈ ਗੁਰਦਾਸ ਸਾਹਿਬ ਜੀ। ਉਹਨੂੰ ਆਖੋ ਵੀ ਜਿਹੜੇ ਸ਼ੁਭ ਗੁਣ ਹੁੰਦੇ ਨਾ ਪ੍ਰਿਥੀ ਚੰਦ, ਉਹਨਾਂ ਦੇ ਨਾਲ ਸੰਸਾਰ ਤੇ ਤਾਂ ਸੁੱਖ ਮਿਲਦਾ ਹੀ ਮਿਲਦਾ ਹੈ। ਚੰਗੇ ਗੁਣ ਧਾਰੇ ਹੁਣ ਸਿਆਣਾ, ਸੋਭਾ ਖੱਟਦਾ ਸੰਸਾਰ ਦੀ, ਪਰਲੋਕ ਵਿੱਚ ਵੀ ਉਹਦੀ ਸੋਭਾ ਹੁੰਦੀ ਹੈ। ਇਹੋ ਜਿਹੇ ਸ਼ੁਭ ਗੁਣ ਧਾਰਨ ਕਰ ਲਵੇ। ਦੋਨਹ ਥਲ ਮੁਖ ਉਜਲਾ। ਲੋਕ ਤੇ ਪਰਲੋਕ ਵਿੱਚ ਉਸ ਪ੍ਰਾਣੀ ਦਾ ਮੁਖ ਉਜਲਾ ਹੁੰਦਾ ਜਿਹੜਾ ਚੰਗੇ ਗੁਣ ਧਾਰਨ ਕਰਦਾ ਹੈ, ਸੰਸਾਰ ਦੀ ਨਿੰਦਾ ਨਹੀਂ ਖੱਟਦਾ, ਔਗਣਾਂ ਦਾ ਤਿਆਗ ਕਰਦਾ ਹੈ, ਕ੍ਰੋਧ ਛੱਡਦਾ ਹੈ, ਈਰਖਾ ਛੱਡਦਾ ਹੈ। ਸੰਸਾਰ ਤੇ ਉਹਦੀ ਸੋਭਾ ਹੁੰਦੀ ਹੈ, ਪਰਲੋਕ ਵਿੱਚ ਵੀ ਸੁਖ ਮਾਣਦਾ ਹੈ। ਦੁਖ ਕਬਹ ਨ ਜੋਵੈ। ਕਦੇ ਲੋਕ ਪਰਲੋਕ ਵਿੱਚ ਦੁੱਖ ਨਹੀਂ ਸਹਿਣੇ ਪੈਂਦੇ ਹਨ। ਇਤਿਆਦਿਕ ਸਮਝਾਏ ਕਰ। ਇਸ ਤਰ੍ਹਾਂ ਦੀਆਂ ਸਾਧ ਸੰਗਤ ਦੀ ਬੜੀਆਂ ਗੱਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਮਝਾਉਣਾ ਕੀਤੀਆਂ ਹਨ। ਭਾਈ ਗੁਰਦਾਸੂ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਤਾਈ ਵੱਡੇ ਭਰਾਤ ਕੋ ਆਨੀਏ। ਤੇ ਆਖਿਆ ਹੈ ਭਾਈ ਗੁਰਦਾਸ ਸਾਹਿਬ ਜੀ, ਜੋ ਅਸੀਂ ਤੁਹਾਨੂੰ ਆ ਗੱਲਾਂ ਆਖੀਆਂ ਜਾ ਕੇ ਸਾਰੀਆਂ ਪ੍ਰਿਥੀ ਚੰਦ ਨੂੰ, ਸਾਡੇ ਭਰਾ ਨੂੰ ਆਖੋ, ਉਹਨੂੰ ਸਮਝਾਓ। ਤੇ ਪ੍ਰਿਥੀ ਚੰਦ ਨੂੰ ਸਮਝਾ ਬੁਝਾ ਕੇ ਉਹਦਾ ਗੁੱਸਾ ਟਾਲ ਕੇ ਉਹਨੂੰ ਮੋੜ ਕੇ ਅੰਮ੍ਰਿਤਸਰ ਸਾਹਿਬ ਲੈ ਆਓ। ਗਮਨਹ ਅਬ ਪਾਸੂ। ਹੁਣੇ ਤੁਸੀਂ ਲਾਹੌਰ ਹੇਹਰ ਪਿੰਡ ਪ੍ਰਿਥੀ ਚੰਦ ਦੇ ਪਾਸ ਜਾਂਦੇ ਰਹੋ। ਸੁਣ ਕਰ ਜੁਗ ਕਰ ਜੋਰ ਕਰ। ਇਧਰ ਭਾਈ ਗੁਰਦਾਸ ਸਾਹਿਬ ਦੀਆਂ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਇਹ ਹੁਕਮ ਸੁਣਿਆ, ਸਭ ਬਚਨ ਬਿਲਾਸ ਸੁਣੇ ਤੇ ਦੋਵੇਂ ਹੱਥ ਜੋੜ ਲਏ ਹਨ। ਤਬ ਬਿਨੈ ਬਖਾਨੀ। ਤੇ ਬੇਨਤੀ ਰੂਪ ਬਚਨ ਅੱਗੋਂ ਕੀਤੇ ਹਨ। ਸ੍ਰੀ ਗੁਰੂ ਜੀ ਮੈਂ ਜਾਏ ਹਾਂ। ਆਖਿਆ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਹੁਕਮ ਮੰਨ ਕੇ ਮਹਾਰਾਜ ਮੈਂ ਜ਼ਰੂਰ ਪ੍ਰਿਥੀ ਚੰਦ ਦੇ ਪਾਸ ਜਾਵਾਂਗਾ। ਹਾਂ ਆਏ ਸਕੋ ਮਾਨੀ। ਕਿਉਂਕਿ ਮੈਂ ਤੁਹਾਡੀ ਆਗਿਆ ਤੋਂ ਬਾਹਰ ਨਹੀਂ ਮਹਾਰਾਜ, ਤੁਹਾਡਾ ਹੁਕਮ ਮੰਨ ਕੇ ਇਹ ਕੰਮ ਮੈਂ ਜ਼ਰੂਰ ਕਰਾਂਗਾ। ਜ਼ਰੂਰ ਲਾਹੌਰ ਹੇਹਰ ਪਿੰਡ ਪ੍ਰਿਥੀ ਚੰਦ ਕੋਲ ਜਾਵਾਂਗਾ। ਲਖਾਂ ਪਰੰਤ ਨ ਆਏ ਹੈ। ਪਰ ਮਹਾਰਾਜ ਮੈਂ ਇਹ ਗੱਲ ਜਾਣਦਾ ਹਾਂ, ਕਿਉਂਕਿ ਭਣੇਵਾਂ ਤਾਂ ਮਹਾਰਾਜ ਮੇਰਾ ਹੀ ਹੈ ਨਾ। ਤੁਸੀਂ ਤਿੰਨੇ ਹੀ ਮੇਰੇ ਹੱਥਾਂ ਵਿੱਚ ਪਲੇ ਹੋ ਸੱਚੇ ਪਾਤਸ਼ਾਹ। ਤੋ
ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਵੀ ਮੈਂ ਜਾਵਾਂਗਾ ਤਾਂ ਸੱਚੇ ਪਾਤਸ਼ਾਹ ਸਹੀ ਤੁਹਾਡਾ ਹੁਕਮ ਮੰਨ ਕੇ, ਪਰ ਪ੍ਰਿਥੀ ਚੰਦ ਦੇ ਜਿੱਦੀ ਸੁਭਾਅ ਦਾ ਮਹਾਰਾਜ ਮੈਨੂੰ ਪਤਾ ਹੈ, ਉਹ ਮੇਰੇ ਆਖੇ ਆਵੇਗਾ ਨਹੀਂ, ਉਹਨੇ ਵਾਪਸ ਮੁੜ ਕੇ ਨਹੀਂ ਆਉਣਾ ਹੈ। ਗਨ ਅਵਗੁਣ ਧਾਰੀ, ਕਿਉਂਕਿ ਬੜੇ ਔਗਣ ਧਾਰੀ ਬੈਠਾ ਹੈ, ਕ੍ਰੋਧੀ ਹੈ, ਈਰਖਾ ਰੱਖਦਾ ਹੈ, ਢਿੱਡੋਂ ਕੋੜਾ ਹੈ ਮਹਾਰਾਜ, ਮਾਇਆ ਦਾ ਲਾਲਚੀ ਹੈ। ਦੂਜਾ ਉਹ ਇਹ ਜਿਹੜੇ ਰਜਵਾੜੇ ਲੋਕ ਹੈ, ਇਹਨਾਂ ਦੀ ਚੁੱਕ ਵਿੱਚ ਚੜਿਆ ਹੋਇਆ, ਸੁਲਹੀ ਦਾ ਸਾਥ ਨੂੰ ਰੱਬ ਦਾ ਸਾਥ ਜਾਣਦਾ, ਮਹਾਰਾਜ ਉਹ ਚੁੱਕ ਵਿੱਚ ਆਇਆ ਹੋਇਆ, ਬੜੇ ਔਗਣ ਦੇ ਧਾਰਨ ਵਾਲਾ ਹੈ। ਭਲਾ ਭਨੈ ਸਮਝਹਿ ਬੁਰਾ, ਕਿਉਂਕਿ ਪ੍ਰਿਥੀ ਚੰਦ ਇਹੋ ਜਿਹਾ ਮਹਾਰਾਜ ਤੁਹਾਡਾ ਭਰਾ ਤੇ ਸਾਡਾ ਭਣੇਵਾ, ਉਹਦਾ ਸੁਭਾਅ ਇਹੋ ਜਿਹਾ ਵੀ ਜੇ ਉਹਨੂੰ ਕੋਈ ਚੰਗੀ ਮੱਤ ਦੇਵੇ, ਉਹਨੂੰ ਭਲੇ ਦੀ ਗੱਲ ਜੇ ਕੋਈ ਸਮਝਾਵੇਗਾ, ਸਭ ਸਮਤ ਚਿਤਾ ਬਿਸਾਰੀ, ਤੇ ਉਹਨੇ ਸਮਝਣਾ ਹੈ ਵੀ ਮੇਰਾ ਮਾੜਾ ਕਰਨ ਵਾਸਤੇ ਆਇਆ। ਕਿਉਂਕਿ ਕਈਆਂ ਦਾ ਸੁਭਾਅ ਹੁੰਦਾ ਨਾ, ਉਹਨੂੰ ਚੰਗਾ ਸਮਝਾਓ ਵੀ ਇੱਥੇ ਤੇਰਾ ਭਲਾ ਹੈ, ਉਹ ਜਾਣ ਕੇ ਆਖੇਗਾ ਵੀ ਜੇ ਇਹ ਇਸ ਤਰ੍ਹਾਂ ਕਹਿੰਦਾ ਤੇ ਜ਼ਰੂਰ ਇਹਦੇ ਵਿੱਚ ਖਰੇ ਮੇਰਾ ਮਾੜਾ ਕਰਨ ਆਇਆ, ਤੇ ਉਹ ਉਲਟ ਪਾਸੇ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਮੈਂ ਚਲਾ ਤਾਂ ਅਸੀਂ ਜਾਂਦੇ ਹਾਂ ਪ੍ਰਿਥੀ ਚੰਦ ਨੂੰ ਲੈਣ ਵਾਸਤੇ, ਪਰ ਉਹਨੇ ਆਉਣਾ ਕੋਈ ਨਹੀਂ ਜੇ, ਕਿਉਂਕਿ ਇਹਦੀ ਸੁਭਾਅ ਹੀ ਸੁਰਤ ਹੀ ਇਹੋ ਜਿਹੀ ਹੈ, ਚੰਗੀ ਮੱਤ ਤਾਂ ਉਹਨੇ ਬਸ ਛੱਡੀ ਹੋਈ ਹੈ, ਨਾ ਕਿਸੇ ਦੀ ਸੁਣਦਾ ਹੈ, ਤੇ ਆਪ ਤਾਂ ਕਿਸੇ ਨੂੰ ਉਹਨੇ ਸੁਣਾਉਣੀ ਕੀ ਹੈ ਚੰਗੀ ਮੱਤ। ਜੇ ਉਹਨੂੰ ਮੈਂ ਸਮਝਾਉਣ ਜਾਵਾਂਗੇ ਅਸੀਂ ਮਹਾਰਾਜ, ਤਾਂ ਉਹ ਚੰਗੀ ਗੱਲ ਆਖੀਏ ਤੇ ਉਹਨੂੰ ਇਉਂ ਜਾਪਦਾ ਵੀ ਮੇਰਾ ਨੁਕਸਾਨ ਕਰਨ ਵਾਸਤੇ ਕੋਈ ਆਇਆ ਹੈ। ਹਿਮ ਕਹਿ ਕਰ ਪਗ ਕਮਲ ਪਰ, ਇਸ ਤਰ੍ਹਾਂ ਦੇ ਬਚਨ ਕਹੇ ਭਾਈ ਗੁਰਦਾਸ ਜੀਆਂ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਉੱਪਰ, ਚਰਨ ਕਮਲਾਂ ਉੱਪਰ ਨਿਜ ਸੀਸ ਲਗਾਇਓ, ਆਪਣਾ ਸੀਸ ਧਰ ਕੇ ਮੱਥਾ ਟੇਕ ਦਿੱਤਾ ਹੈ। ਪ੍ਰੇਮ ਸਹਿਤ ਬੰਦਤ ਭਇਓ, ਬੜੇ ਪ੍ਰੇਮ ਦੇ ਸਹਿਤ ਭਾਈ ਗੁਰਦਾਸ ਜੀਆਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਹੈ। ਚੱਲ ਬਾਹਰ ਆਇਓ, ਤੇ ਮਹਾਰਾਜ ਦੇ ਘਰ ਚੋਂ ਚੱਲ ਕੇ ਬਾਹਰ ਆ ਗਏ ਹਨ। ਕਿਤਕ ਦਾਸ ਨਿਜ ਸਾਥ ਲੈ, ਕੁਝ ਕੁ ਸਿਆਣੇ ਸਿੱਖ ਭਾਈ ਗੁਰਦਾਸ ਜੀ ਆਪਣੇ ਨਾਲ ਲੈ ਲਏ ਐ। ਮਗ ਕੀਨ ਪਿਆਨਾ, ਤੇ ਅੰਮ੍ਰਿਤਸਰ ਤੋਂ ਸਾਧ ਸੰਗਤ ਜੀ ਲਾਹੌਰ ਦੇ ਲਾਗੇ ਜਿਹੜਾ ਹੇਹਰ ਪਿੰਡ ਹੈ ਨਾ, ਜਿੱਥੇ ਪ੍ਰਿਥੀ ਚੰਦ ਠਹਿਰਿਆ ਹੋਇਆ, ਭਾਈ ਗੁਰਦਾਸ ਜੀਆਂ ਕੁਝ ਸਿੱਖ ਨਾਲ ਲਏ ਤੇ ਹੇਹਰ ਪਿੰਡ ਨੂੰ ਤੁਰ ਪਏ ਹਨ। ਕੇਤਕ ਦੇਰ ਮਹਿ ਗਇਓ ਚੱਲ, ਤੇ ਅੰਮ੍ਰਿਤਸਰ ਤੇ ਉਹ ਹੁਣ ਪਾਕਿਸਤਾਨ ਸਰਹੱਦ ਕਰਕੇ ਹੀ ਦੂਰੀਆਂ ਪਈਆਂ, ਉਹ ਲਾਹੌਰ ਇੱਥੋਂ ਲਾਗੇ ਹੀ ਹੈ। ਤੋ ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਤੁਰੇ ਹੈ, ਤੇ ਕੁਝ ਕੁ ਸਮੇਂ ਵਿੱਚ ਭਾਈ ਸਾਹਿਬ ਜੀ ਹੇਹਰ ਪਿੰਡ ਪਹੁੰਚ ਗਏ ਹਨ। ਹੇਹਰ ਜਿਸ ਥਾਨਾ, ਜਿਸ ਪਿੰਡ ਦਾ ਨਾਮ ਹੇਹਰ ਹੈ, ਜਿੱਥੇ ਪ੍ਰਿਥੀ ਚੰਦ ਰੁਕਿਆ ਹੋਇਆ ਸੀ। ਡੇਰਾ ਕੀਨ ਸੰਗਰਾਮ ਮਹਿ, ਤੇ ਮਹਾਰਾਜ ਦੇ ਸਿੱਖ ਭਾਈ ਗੁਰਦਾਸ ਜੀਆਂ ਨੇ ਇੱਥੇ ਹੇਹਰ ਪਿੰਡ ਵਿੱਚ ਹੀ ਕਿਸੇ ਪਰਿਵਾਰ ਸਿੱਖ ਦੇ ਘਰੇ ਡੇਰਾ ਕੀਤਾ, ਇੱਕ ਰਾਤ ਬਤੀਤ ਕੀਤੀ। ਕਿਉਂ ਅੰਮ੍ਰਿਤਸਰ ਸਾਹਿਬ ਤੋਂ ਤੁਰਦਿਆਂ ਜਾਂਦਿਆਂ ਹੇਹਰ ਪਿੰਡ ਤੇ ਹਨੇਰਾ ਹੋ ਗਿਆ ਸੀ। ਪਹਿਲੇ ਦਿਨ ਤਾਂ ਜਾ ਕੇ ਭਾਈ ਗੁਰਦਾਸ ਜੀ ਨਾ ਮਿਲੇ ਪ੍ਰਿਥੀ ਚੰਦ ਨੂੰ, ਪਤਾ ਸੀ ਵੀ ਸਮਝ ਛੇਤੀ ਨਹੀਂ ਪੈਣੀ, ਲੰਮਾ ਚੌੜਾ ਹਿਸਾਬ ਕਿਤਾਬ ਕਰਨਾ ਪ੍ਰਿਥੀ ਚੰਦ ਨਾਲ, ਤੇ ਤਰਕਾਲਾਂ ਪੈਣ ਕਰਕੇ ਭਾਈ ਗੁਰਦਾਸ ਜੀ ਕਿਸੇ ਸਿੱਖ ਦੇ ਘਰੇ ਹੇਹਰ ਪਿੰਡ ਰੁਕ ਗਏ ਹਨ। ਤਿਸ ਨਿਸ ਬਿਸਰਾਮਾ, ਇੱਕ ਰਾਤ ਇੱਥੇ ਕੱਟ ਦਿੱਤੀ ਸਿੱਖਾਂ ਸਮੇਤ। ਅਗਲੇ ਦਿਨ ਇਸ਼ਨਾਨ ਕਰ, ਅਗਲਾ ਦਿਨ ਚੜਿਆ, ਅੰਮ੍ਰਿਤ ਵੇਲੇ ਵੱਡੇ ਤੜਕੇ ਉੱਠ ਕੇ ਇਸ਼ਨਾਨ ਕੀਤਾ ਹੈ। ਘਰ ਪਹਿਰਿਓ ਜਾਮਾ, ਤੇ ਸੋਹਣੀ ਦਸਤਾਰ ਸਜਾ, ਗਲ ਵਿੱਚ ਭਾਈ ਸਾਹਿਬ ਜੀਆਂ ਸੋਹਣਾ ਚੋਲਾ ਪਹਿਨਣਾ ਕੀਤਾ, ਤਿਆਰ ਬਰ ਤਿਆਰ ਹੋ ਬੈਠੇ ਐ। ਗਮਨਿਓ ਪ੍ਰਿਥੀਏ ਨਿਕਟ ਤਬ, ਤੇ ਆਪ ਦਾ ਭਜਨ ਬੰਦਗੀ ਕਰਨ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਿਥੀ ਚੰਦ ਨੂੰ ਸਮਝਾਉਣ ਵਾਸਤੇ, ਜਿੱਥੇ ਪ੍ਰਿਥੀ ਚੰਦ ਨਗਰ ਦੇ ਬਾਹਰ ਰਹਿ ਰਿਹਾ ਸੀ ਨਾ, ਆਪਦਾ ਸਥਾਨ ਬਣਾ ਕੇ ਉਸ ਪਾਸੇ ਨੂੰ ਤੁਰ ਪਏ ਹਨ। ਕਰ ਬੰਧਨ ਬੈਸਾ, ਵੇਖਿਆ ਮਿਲੇ ਅੱਗੇ ਪ੍ਰਿਥੀ ਚੰਦ ਨੂੰ ਜਾ ਕੇ, ਭਾਵੇਂ ਰਿਸ਼ਤੇ ਵਿੱਚ ਭਾਈ ਗੁਰਦਾਸ ਜੀ ਮਾਮਾ ਲੱਗਦੇ ਐ ਪ੍ਰਿਥੀ ਚੰਦ ਦੇ, ਪਰ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਹੋਣ ਕਰਕੇ ਭਾਈ ਗੁਰਦਾਸ ਜੀਆਂ ਪ੍ਰਿਥੀ ਚੰਦ ਨੂੰ ਝੁੱਕ ਕੇ ਮੱਥਾ ਟੇਕਿਆ। ਉਹਦਾ ਕਾਰਨ ਇਹ ਹੈ ਵੀ ਭਾਈ ਗੁਰਦਾਸ ਜੀ ਉਹ ਸਾਡੇ ਵਰਗੇ ਨਹੀਂ ਨਾ, ਉਹਨਾਂ ਇਹ ਵੇਖਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਿਥੀ ਚੰਦ ਨੂੰ ਮੱਥਾ ਟੇਕਦੇ ਆ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਨਿਮਰਤਾ ਵਿਖਾ ਰਹੇ ਤੇ ਫਿਰ ਅਸੀਂ ਕੌਣ। ਇਸ ਕਰਕੇ ਭਾਈ ਗੁਰਦਾਸ ਜੀਆਂ ਵੀ ਪ੍ਰਿਥੀ ਚੰਦ ਹਾਲਾਂਕਿ ਭਣੇਵੇਂ ਲੱਗਦੇ ਰਿਸ਼ਤੇ ਵਿੱਚ, ਪਰ ਜਾਣਿਆ ਵੀ ਚਲੋ ਪ੍ਰਿਥੀ ਚੰਦ ਆਪਦੇ ਆਪ ਨੂੰ ਗੁਰੂ ਸਮਝਦਾ ਹੈ,
ਅਸੀਂ ਇਹਦਾ ਸਤਿਕਾਰ ਰੱਖਾਂਗੇ। ਇਹ ਵਿਚਾਰ ਕੇ ਪ੍ਰਿਥੀ ਚੰਦ ਦੇ ਚਰਨੀ ਮੱਥਾ ਟੇਕਿਆ ਹੈ। ਕਹਿਓ ਬ੍ਰਿਤਾਂਤ ਸਬੇਨਤੀ। ਤੇ ਬਰਤਾਂਤ ਭਾਵ ਜਿਹੜੀਆਂ ਗੱਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਮਝਾ ਕੇ ਘੱਲੀਆਂ ਸੀ ਅੰਮ੍ਰਿਤਸਰ ਸਾਹਿਬ ਤੋਂ, ਉਹ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਬੇਨਤੀ ਸਹਿਤ ਦੱਸਣ ਲੱਗੇ ਹਨ। ਗੁਰ ਕੋ ਮਤ ਜੈਸਾ। ਜਿਹੋ ਜਿਹਾ ਮਤਾ ਸਿਧਾਂਤ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਦੱਸਿਆ ਹੈ ਸੀ। ਰਾਮਦਾਸ ਸ੍ਰੀ ਸਤਿਗੁਰੂ। ਆਖਿਆ ਹੈ ਪੁੱਤਰ ਪ੍ਰਿਥੀ ਚੰਦ ਸੁਣੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਜੋ ਸੱਚੇ ਪਾਤਸ਼ਾਹ ਸਨ, ਸ਼ੁਭ ਗੁਣ ਸਭ ਧਾਮੋ। ਉਹ ਸਾਰੇ ਸ਼੍ਰੇਸ਼ਟ ਗੁਣਾਂ ਦਾ ਘਰ ਮੰਨੇ ਹੋਏ ਸਨ। ਜਗਤ ਆਨ ਜਿਨ ਮਾਨਹੀ। ਸਾਰਾ ਸੰਸਾਰ ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਨੌੜ ਮੰਨਦਾ ਸੀ, ਸ਼ਰਨ ਮੰਨਦਾ ਸੀ, ਓਟ ਆਸਰਾ ਮੰਨਦਾ ਸੀ। ਸਮਤਾ ਸ਼੍ਰੀ ਰਾਮੋ। ਜਿਹੜੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪਰਮੇਸ਼ਰ ਅਕਾਲ ਪੁਰਖ ਰਮੇ ਹੋਏ ਰਾਮ ਦੀ ਸਮਤਾ ਬਰਾਬਰੀ ਰੱਖਣ ਵਾਲੇ ਹਨ। ਜੇਠੇ ਤਿਨ ਕੇ ਪੁੱਤਰ ਤੁਮ। ਤੇ ਜਾਣੋ ਪ੍ਰਿਥੀ ਚੰਦ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਜੇਠੇ ਪੁੱਤਰ ਹੋ। ਤੁਸੀਂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜਿਹੜੇ ਸਾਰੇ ਗੁਣਾਂ ਦਾ ਘਰ ਸਨ, ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੇ ਚੌਥੇ ਮਾਲਕ ਸਨ। ਇਹੋ ਜਿਹੇ ਸੱਚੇ ਪਾਤਸ਼ਾਹ ਮਹਾਰਾਜ ਦੇ ਚੌਥੇ ਸਰੂਪ ਗੁਰੂ ਰਾਮਦਾਸ ਮਹਾਰਾਜ ਜੋ ਆਪ ਪਰਮੇਸ਼ਰ ਸਨ। ਜਰਾ ਸੋਚੋ ਪ੍ਰਿਥੀ ਚੰਦ ਜੀ, ਇਹੋ ਜਿਹੇ ਸਤਿਗੁਰਾਂ ਦੇ ਤੁਸੀਂ ਸਾਰਿਆਂ ਤੋਂ ਵੱਡੇ ਸਾਹਿਬਜ਼ਾਦੇ ਹੋ। ਉਜਲ ਕੁਲ ਕੇਰੇ। ਤੇ ਦੂਜਾ ਤੁਹਾਡੀ ਕੁਲ ਵੇਖੋ ਕਿਹੜੀ ਹੈ, ਤੁਸੀਂ ਸੋਢ ਵੰਸ਼ ਦੇ ਉਜਲ ਕੁਲ ਦੇ ਵੱਡੇ ਸਾਹਿਬਜ਼ਾਦੇ ਹੋ। ਸ਼੍ਰੀ ਗਾਦੀ ਸ਼੍ਰੀ ਨਾਨਕ ਗੁਰੂ। ਤੇ ਤੁਹਾਡੀ ਗੱਦੀ ਕਿਹੜੀ, ਤੁਹਾਡੇ ਪਿਤਾ ਕੋਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਾਰਸ ਹੋ। ਸਮਦੁਤੀ ਨ ਹੇਰੇ। ਤੇ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦੇ ਬਰਾਬਰ ਸਾਰੇ ਸੰਸਾਰ ਵਿੱਚ ਕੋਈ ਹੋਰ ਦੂਜਾ ਵੇਖਿਆ ਨਹੀਂ ਜਾਂਦਾ ਹੈ। ਮਹਾਪੁਰਖ ਸਤਿਗੁਰ ਅਮਰ। ਗੁਰੂ ਅਮਰਦਾਸ ਜੀ ਮਹਾਰਾਜ ਬੜੇ ਮਹਾਨ ਪੁਰਖ ਹੋਏ ਆ ਸੰਸਾਰ ਦੇ ਅੰਦਰ। ਅਜਮਤ ਕੇ ਪੂਰੇ। ਤੇ ਸ਼ਕਤੀਆਂ ਵਿੱਚ, ਅਜਮਤਾਂ ਵਿੱਚ, ਕਰਾਮਾਤਾਂ ਵਿੱਚ ਬੜੇ ਪੂਰੇ ਸੂਰੇ ਹੋਏ ਹਨ। ਆਨ ਨ ਸਮ ਸਰਜਨਹਾ ਕੇ। ਕਰਾਮਾਤਾਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਬਰਾਬਰ ਹੋਰ ਕੋਈ ਭਾਲਿਆ ਨਹੀਂ ਲੱਭਦਾ, ਦਿਸਦਾ ਨਹੀਂ ਹੈ। ਗਿਆਨੀ ਗੁਣ ਰੂਰੇ। ਬੜੇ ਗਿਆਨਵਾਨ ਸਨ, ਗੁਣਾਂ ਵਿੱਚ ਰੂਰੇ ਜਾਂ ਰੂਰੇ ਸੁੰਦਰ ਗੁਣਾਂ ਵਾਲੇ ਸਨ ਤੇ ਬੜੇ ਗਿਆਨਵਾਨ ਸਨ। ਸੋ ਤੁਮ ਜਨਨੀ ਕੇ ਪਿਤਾ। ਉਸ ਗੁਰੂ ਅਮਰਦਾਸ ਮਹਾਰਾਜ ਦੀ ਪੁੱਤਰੀ ਸੀ ਜਿਹੜੀ ਬੀਬੀ ਭਾਨੀ, ਉਹ ਤੁਹਾਡੀ ਮਾਤਾ ਸੀ ਪ੍ਰਿਥੀ ਚੰਦ। ਭਾਵ ਭਾਈ ਗੁਰਦਾਸ ਜੀ ਦੱਸ ਰਹੇ ਆ ਵੀ ਹੇ ਪ੍ਰਿਥੀ ਚੰਦ ਪੁੱਤਰ, ਤੁਹਾਡੇ ਦਾਦਕੇ ਵੇਖੋ ਕਿੱਡੇ ਐ। ਗੁਰੂ ਰਾਮਦਾਸ ਮਹਾਰਾਜ ਕੱਲੇ ਦਾਦਕਿਆਂ ਦੀ ਸੋਭਾ ਨਹੀਂ, ਆਪਦੇ ਨਾਨਕਿਆਂ ਦੀ ਸੋਭਾ ਵੀ ਵੇਖੋ। ਤੁਹਾਡੇ ਦਾਦਕੇ ਭਾਵ ਗੁਰੂ ਰਾਮਦਾਸ ਮਹਾਰਾਜ ਦਾ ਕੁਲ ਜੁੜਦੀ ਹੈ ਸੋਢੀਆਂ ਵਿੱਚੋਂ, ਤੇ ਉਧਰ ਤੁਹਾਡੇ ਨਾਨਕੇ ਜਿਹੜੇ ਐ ਗੁਰੂ ਅਮਰਦਾਸ ਮਹਾਰਾਜ, ਸਾਰੇ ਗੁਣਾਂ ਵਿੱਚ ਸੁੰਦਰ। ਸਾਰੇ ਸੰਸਾਰ ਵਿੱਚ ਜਿਸ ਗੁਰੂ ਅਮਰਦਾਸ ਮਹਾਰਾਜ ਦੇ ਬਰਾਬਰ ਹੋਰ ਕੋਈ ਨਹੀਂ ਦਿਸਦਾ। ਉਹ ਤੁਹਾਡੀ ਮਾਤਾ ਦੇ ਪਿਤਾ ਹੋਏ ਐ, ਭਾਵ ਰਿਸ਼ਤੇ ਵਿੱਚ ਤੁਹਾਡੇ ਨਾਨਾ ਲੱਗਦੇ ਸਨ। ਗੁਰਤਾ ਜਿਨ ਦੀਨੀ। ਜਿਨ੍ਹਾਂ ਨੂੰ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਦਿੱਤੀ ਹੈ ਸੀ, ਜਾਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਤੀਜੇ ਥਾਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ। ਉਹਨਾਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਬਖਸ਼ੀ ਸੀ। ਨਾਨਕ ਦਾਦਕ ਦਉ ਕੁਲ। ਦੋ ਕੁਲ। ਹੇ ਪੁੱਤਰ ਪ੍ਰਿਥੀ ਚੰਦ, ਜਰਾ ਸੋਚੋ, ਤੁਹਾਡੇ ਨਾਨਕੇ ਤੇ ਤੁਹਾਡੇ ਦਾਦਕੇ ਦੋਵੇਂ ਕੁੱਲਾਂ ਹੀ ਉਜਲ ਜਗ ਚੀਨੀ। ਸਾਰੇ ਸੰਸਾਰ ਵਿੱਚ ਉਜਲ ਜਾਣੀਆਂ ਜਾਂਦੀਆਂ। ਤੁਹਾਡੇ ਦਾਦਕਿਆਂ ਦੀ ਕੁੱਲ ਦਾ ਵੀ ਕੋਈ ਸਾਨੀ ਨਹੀਂ, ਸਾਰੇ ਸੰਸਾਰ ਵਿੱਚ ਕੋਈ ਮੁਕਾਬਲਾ ਨਹੀਂ ਗੁਰੂ ਰਾਮਦਾਸ ਮਹਾਰਾਜ ਦਾ। ਤੁਹਾਡੇ ਨਾਨਕਿਆਂ ਦਾ ਵੀ ਕੋਈ ਮੁਕਾਬਲਾ ਨਹੀਂ। ਤੁਹਾਡੇ ਦਾਦਕਿਆਂ ਦੀ ਕੁੱਲ ਵੀ ਉਜਲ ਸੋਢੀਆਂ ਦੀ, ਤੇ ਤੁਹਾਡੇ ਨਾਨਕੇ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਨਾਨਾ ਲੱਗਦੇ ਸਨ। ਭਾਵ ਤੁਹਾਡੇ ਦਾਦਕੇ ਤੇ ਤੁਹਾਡੇ ਨਾਨਕੇ ਇਹ ਦੋਵੇਂ ਕੁਲਾਂ
ਦੋਵੇਂ ਘਰ ਹੀ ਸੰਸਾਰ ਵਿੱਚ ਬਹੁਤ ਉਜਲ ਪਵਿੱਤਰ ਜਾਣੇ ਜਾਂਦੇ ਹਨ। ਉਚਿਤ ਤਿਨ੍ਹਾਂ ਕੇ ਕਰਮ ਸਭ। ਤੇ ਉਹਨਾਂ ਦੋਵਾਂ ਤੁਹਾਡੀਆਂ ਕੁਲਾਂ ਦੇ ਗੁਰੂ ਰਾਮਦਾਸ ਮਹਾਰਾਜ ਵਾਲੀ ਸੋਢੀਆਂ ਦੀ ਕੁਲ ਤੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੋਹਾਂ ਕੁਲਾਂ ਦੇ ਜਿਹੜੇ ਕਰਮ ਸਨ ਉਹ ਬੜੇ ਉਚਿਤ ਮੰਨੇ ਜਾਂਦੇ ਆ, ਯੋਗ ਤੇ ਸ਼੍ਰੇਸ਼ਟ ਮੰਨੇ ਹੋਏ ਹਨ। ਸ਼ੁਭ ਚਾਹੀਅਤ ਤੁਮ ਹੀ ਕੋ। ਤੇ ਉਹ ਤੈਨੂੰ ਵੀ ਚਾਹੀਦੇ ਆ, ਜਿਹੜੇ ਕਰਮ ਤੁਹਾਡੇ ਦਾਦੇ ਕਰਦੇ ਰਹੇ, ਤੁਹਾਡੇ ਪਿਤਾ ਗੁਰੂ ਰਾਮਦਾਸ ਭਾਵ ਦਾਦਕੇ ਕਰਦੇ ਰਹੇ, ਤੁਹਾਡੇ ਨਾਨਕੇ ਗੁਰੂ ਅਮਰਦਾਸ ਮਹਾਰਾਜ ਕੇ ਕਰਦੇ ਰਹੇ, ਉਹੀ ਸ਼੍ਰੇਸ਼ਟ ਸੁਭਾਅ ਸ਼ੁਭ ਗੁਣ ਧਾਰਨ ਤੇ ਸ਼ੁਭ ਗੁਣ ਕਰਮ ਜਿਹੜੇ ਉਹ ਤੁਹਾਨੂੰ ਵੀ ਕਰਨੇ ਚਾਹੀਦੇ ਹਨ। ਜਿਸ ਜਿਨ ਕੋ ਜਗਤ ਸਰਾਹੇ ਹੀ। ਜਿਨ੍ਹਾਂ ਨੂੰ ਸਾਰਾ ਸੰਸਾਰ ਸਲਾਹੁਤਾ ਕਰੇ, ਸਾਰਾ ਸੰਸਾਰ ਜਿਨ੍ਹਾਂ ਦੀ ਸੋਭਾ ਕਰੇ। ਆਸ ਕਰੀਐ ਨੀਕੋ। ਵੇਖ ਪੁੱਤਰ ਪ੍ਰਿਥੀ ਚੰਦ, ਤੈਨੂੰ ਵੀ ਇਹੋ ਜਿਹੇ ਕੰਮ ਚੰਗੇ ਕਰਨੇ ਚਾਹੀਦੇ ਆ, ਜੇ ਜਿਨ੍ਹਾਂ ਕੰਮਾਂ ਦੀ ਸਾਰਾ ਸੰਸਾਰ ਸੋਭਾ ਕਰਿਆ ਕਰੇ। ਜਿਵੇਂ ਤੇਰੇ ਦਾਦਿਆਂ ਦੀ ਸੋਭਾ ਹੁੰਦੀ ਦਾਦਕਿਆਂ ਦੀ ਗੁਰੂ ਰਾਮਦਾਸ ਮਹਾਰਾਜ ਵਾਲੇ ਪਾਸਿਓਂ, ਜਿਵੇਂ ਤੇਰੇ ਨਾਨਕਿਆਂ ਦੀ ਸੋਭਾ ਹੁੰਦੀ ਪੁੱਤਰ, ਇਸ ਤਰ੍ਹਾਂ ਤੂੰ ਵੀ ਚੰਗੇ ਕੰਮ ਕਰ, ਤੇਰੀ ਵੀ ਉਹਨਾਂ ਦੋਹਾਂ ਕੁਲਾਂ ਵਾਂਗੂ ਸੋਭਾ ਹੋਵੇ, ਸਭ ਸੰਸਾਰ ਤੇਰੀ ਸਲਾਹੁਤਾ ਕਰੇਗਾ। ਸੋਢ ਬੰਸ ਮਹਿ ਜਨਮ ਹੈ। ਕਿਉਂਕਿ ਤੂੰ ਸੋਢੀਆਂ ਦੀ ਬੰਸ ਵਿੱਚ ਜੰਮਿਆ ਹੋਇਆ ਸ਼੍ਰੇਸ਼ਟ ਪੁੱਤਰ ਹੈ। ਛਤਰੀ ਵੱਡ ਬਾਹੂ। ਬਾਕੀ ਛਤਰੀ ਕੁਲ ਹੈ ਤੁਹਾਡੀ, ਤੇ ਛਤਰੀ ਜਿਹੜੇ ਆ ਬੜੇ ਭਾਰੀ ਬਾਹਾਂ ਵਾਲੇ, ਭਾਵ ਕਿ ਬੜੇ ਸੂਰਬੀਰ ਯੋਧੇ, ਵੱਡੀਆਂ ਭੁਜਾਂ ਵਾਲੇ ਬਾਹੂਬਲੀ ਹੋਏ ਹਨ। ਤੁਰਕਨ ਆਗੈ ਬੇਨਤੀ। ਤੂੰ ਛਤਰੀਆਂ ਦੀ ਕੁਲ ਦਾ ਹੋ ਕੇ, ਇੱਕ ਸੂਰਮਿਆਂ ਦੀ ਕੁਲ ਦਾ ਹੋ ਕੇ ਪ੍ਰਿਥੀ ਚੰਦ ਹੁਣ ਤੁਰਕਾਂ ਅੱਗੇ ਜਾ ਕੇ ਬੇਨਤੀ ਕਰੇਗਾ, ਤੁਰਕਾਂ ਦੇ ਅੱਗੇ ਜਾ ਕਰਕੇ ਮਿੰਨਤਾਂ ਕਰੇਗਾ, ਉਹਨਾਂ ਤੋਂ ਇਨਸਾਫ ਦੀ ਗੁਹਾਰ ਲਾਵੇਂਗਾ। ਹੱਥ ਹੋਏ ਉਤਸਾਹੂ। ਤੇਰਾ ਉਤਸ਼ਾਹ ਨਾ ਹੱਥ ਹੋਵੇਗਾ, ਸੂਰਬੀਰਾਂ ਵਾਲਾ ਤੇਰੀ ਆਭਾ, ਤੇਰੀ ਸੋਭਾ ਤੇ ਸੂਰਬੀਰਾਂ ਵਾਲਾ ਉਤਸ਼ਾਹ ਮਾਣ ਤੇਰਾ ਸਭ ਨਾਸ਼ ਹੋ ਜਾਣਾ ਜੇ ਛਤਰੀਆਂ ਦਾ ਸੂਰਮਿਆਂ ਦਾ ਪੁੱਤ ਹੋ ਕਰਕੇ ਤੂੰ ਤੁਰਕਾਂ ਅੱਗੇ ਬੇਨਤੀਆਂ ਕਰੇਗਾ, ਸਿਰ ਝੁਕਾਵੇਂਗਾ। ਜਾਂ ਤੇ ਸ਼੍ਰੀ ਅਰਜਨ ਗੁਰੂ। ਇਸ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਤੁਹਾਡੇ ਛੋਟੇ ਭਰਾਤਾ ਹਨ, ਬਹੁ ਕਰ ਸਨਮਾਨਾ। ਉਹ ਤੁਹਾਡਾ ਬੜਾ ਸਤਿਕਾਰ ਕਰਦੇ, ਬੜਾ ਸਤਿਕਾਰ ਰੱਖਦੇ ਹਨ। ਕਰਿਓ ਕਾਰਨ ਆਪ ਕੋ। ਵੇਖ ਲੋ ਹੇ ਪੁੱਤਰ ਪ੍ਰਿਥੀ ਚੰਦ, ਤੁਹਾਡੇ ਛੋਟੇ ਭਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਬੜਾ ਸਤਿਕਾਰ ਕਰਦੇ, ਤੁਹਾਡਾ ਵਿਛੋੜਾ ਸਹਿ ਨਹੀਂ ਪਾਏ, ਉਹਨਾਂ ਸਾਨੂੰ ਭੇਜਿਆ ਤੇ ਤੁਹਾਨੂੰ ਸਦਨਾ ਕੀਤਾ ਅੰਮ੍ਰਿਤਸਰ ਸਾਹਿਬ ਨੂੰ। ਬਸ ਇਹ ਨਿਜ ਥਾਨਾ। ਉਹ ਕਹਿੰਦੇ ਸੱਦ ਕੇ ਲਿਆਓ ਸਾਡੇ ਭਰਾਤਾ ਪ੍ਰਿਥੀ ਚੰਦ ਨੂੰ, ਇੱਥੇ ਹੀ ਵਸੇ ਆ ਕੇ ਸਾਡੇ ਪਾਸ ਅੰਮ੍ਰਿਤਸਰ ਸਾਹਿਬ ਵਿੱਚ ਰਹਿਣਾ ਕਰੇ। ਗੁਰ ਕੀ ਕਹਿਤ ਸਕਲ ਹੀ। ਗੁਰ ਕੀ ਕਹਿਵਤ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਸਾਧ ਸੰਗਤ ਜੀ ਜਿੰਨਾ ਕੁਝ ਭਾਈ ਗੁਰਦਾਸ ਜੀ ਨੂੰ ਸਮਝਾਇਆ ਸੀ ਨਾ, ਭਾਈ ਗੁਰਦਾਸ ਜੀ ਉਹ ਸਾਰੀ ਦੀ ਸਾਰੀ ਗੱਲ ਪ੍ਰਿਥੀ ਚੰਦ ਨੂੰ ਸਮਝਾਉਣਾ ਕੀਤੀ, ਵੀ ਜੋ ਚਾਹਣਾ ਤੂੰ ਲੈ ਲੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਪ੍ਰਿਥੀ ਚੰਦ ਵੀ ਜੋ ਤੈਨੂੰ ਚਾਹੀਦਾ ਲੈ ਲੈ, ਪਰ ਝਗੜਾ ਕਲੇਸ਼ ਛੱਡ ਦੇਣੇ ਕਰ। ਗੁਰਦਾਸ ਸੁਨਾਈ। ਭਾਈ ਸਾਹਿਬ ਦੀਆਂ ਸਾਰੀਆਂ ਇਹੋ ਜੀਆਂ ਗੱਲਾਂ ਪ੍ਰਿਥੀ ਚੰਦ ਨੂੰ ਸੁਣਾ ਦਿੱਤੀਆਂ ਹਨ। ਬੀਤੀ ਗਈ ਸੋ ਜਾਣ ਦੇਹੋ। ਆਖਿਆ ਹੇ ਪੁੱਤਰ ਪ੍ਰਿਥੀ ਚੰਦ, ਚਲੋ ਜਿਹੜੀ ਪਿੱਛੇ ਲੰਘ ਗਈ ਨਾ, ਗੁੱਸਾ ਝਗੜਾ ਗਿਲਾ ਜੋ ਵੀ ਅੱਜ ਤੋਂ ਪਿੱਛੇ ਹੋ ਗਿਆ ਛੱਡ ਦੇ, ਜਾਣ ਦੇ ਸਾਰੀ ਗੱਲ ਜੋ ਬੀਤ ਗਈ ਹੈ। ਸੁਧਿਤਾ ਅਗਵਾਈ। ਤੇ ਅਗਾਂਹ ਤੋਂ ਮਨ ਸਿੱਧਾ ਕਰ ਲੈ, ਛਲ ਕਪਟ ਛੱਡ ਦੇ, ਕ੍ਰੋਧ ਤੇ ਈਰਖਾ ਛੱਡ ਕੇ ਸੁਧੇ ਸੁਭਾਅ ਦਾ ਬਣ ਜਾ, ਆਪਣੇ ਭਰਾਤਾ ਨਾਲ ਸਿੱਧਾ ਹੋ ਤੁਰ ਲੈ। ਮਿਲਾ ਸਕਲ ਨਿਜ ਸਦਨ ਮਹਿ। ਆਹ ਜਾਓ, ਮੈਂ ਤੁਹਾਨੂੰ ਲੈਣ ਆਇਆ। ਪਰਿਵਾਰ ਬੀਬੀ ਕਰਮੋਂ ਨੂੰ ਸੱਦੋ, ਆਪਣੇ ਪੁੱਤਰ ਨੂੰ ਸੱਦ ਲਓ, ਮਿਹਰਬਾਨ ਨੂੰ, ਚਲੋ ਚੱਲੀਏ ਸਾਰੇ ਅੰਮ੍ਰਿਤਸਰ ਸਾਹਿਬ ਨੂੰ। ਸਾਰਾ ਪਰਿਵਾਰ ਇੱਕੋ ਛੱਤ ਥੱਲੇ ਸੋਹਣੀ ਤਰ੍ਹਾਂ ਰਲ ਮਿਲ ਕਰਕੇ ਰਹਿ ਲਈਏ। ਕਰ ਲੀਜਹਿ ਮੇਲਾ। ਤੇ ਗੁਰੂ ਅਰਜਨ ਦੇਵ ਮਹਾਰਾਜ ਨਾਲ ਮੇਲਾ ਕਰ ਲਓ। ਪਿਛਲੀਆਂ ਗੱਲਾਂ ਸਾਰੀਆਂ ਪੁੱਤਰ ਛੱਡ ਦੇ, ਅਗਾਂਹ ਸਤਿਗੁਰਾਂ ਦੇ ਨਾਲ ਪ੍ਰੇਮ ਕਰ ਲੈ, ਮੇਲ ਮਿਲਾਪ ਕਰ ਲੈ, ਰਾਜੀ ਨਾਵਾਂ ਕਰ ਲੈਣਾ ਕਰ। ਆਨ ਪ੍ਰਹਿ ਵਿਪਤਾ ਬਹੁਤ। ਕਿਉਂਕਿ ਕੱਲਿਆਂ ਦੇ ਉੱਪਰ ਕਈ ਵਾਰੀ ਜਦੋਂ ਬਹੁਤੀ ਵੱਡੀ ਵਿਪਤਾ ਆਣ ਪੈਂਦੀ ਹੈ, ਫਿਰ ਛੁੱਟ ਹੈ ਇਕੇਲਾ। ਫਿਰ ਫੁੱਟ ਹੈ ਅਕੇਲਾ। ਧਿਆਨ ਨਾਲ ਤੋ ਕਈ ਭਾਈ ਗੁਰਦਾਸ ਜੀ ਕਹਿੰਦੇ ਫਿਰ ਜਿਹੜਾ ਕੱਲਾ ਹੁੰਦਾ ਉਹ ਨਾਸ਼ ਹੋ ਜਾਂਦਾ। ਜੇ ਭਰਾ ਇਕੱਠੇ ਆ,
ਕੋਈ ਵੱਡੀ ਭੀੜ ਵੀ ਪੈ ਜਾਵੇ ਤੇ ਪਰਿਵਾਰ ਮੁਕਾਬਲਾ ਕਰਨ ਦੀ ਸਮਰੱਥਾ ਰੱਖਦਾ ਹੈ। ਜੇ ਇਕੱਲਾ ਹੋਵੇ ਤੇ ਇਹ ਪ੍ਰਿਥੀ ਚੰਦ ਜਾਣ ਲੈ, ਇਕੱਲੇ ਦੀ ਕੋਈ ਵਾਹ ਨਹੀਂ, ਇਕੱਲਾ ਰੁੱਖ ਵੀ ਮਾੜਾ ਹੈ। ਤਾਂ ਜਦੋਂ ਮੁਸੀਬਤ ਪੈਂਦੀ ਹੈ ਤੇ ਇਕੱਲੇ ਇਕੱਲੇ ਹੋਗੇ ਤੇ ਨਾਸ਼ ਹੋ ਜਾਈਦਾ ਹੈ। ਲੇਹੋ ਦਰਬ ਸਭ ਵਸਤ ਕੋ। ਤੋ ਸਾਰਾ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਐ ਵੀ ਤੂੰ ਇੱਕ ਵਾਰੀ ਉੱਥੇ ਆ ਜਾ, ਸਿੱਧਾ ਹੋ ਕੇ ਪ੍ਰੇਮ ਨਾਲ ਔਗਣ ਛੱਡ ਤੇ ਗੁਣ ਧਾਰ ਲੈ। ਜੋ ਵੀ ਆਉਂਦਾ ਨਾ ਇਸ ਹਰਿਮੰਦਰ ਸਾਹਿਬ ਵਿੱਚ, ਜੋ ਕੁਝ ਮਾਇਆ ਜੋ ਵੀ ਆਉਂਦਾ ਤੂੰ ਸਾਰਾ ਕੁਝ ਸਾਂਭ ਲੈਣਾ ਕਰ। ਮਾਲਿਕ ਤੁਮ ਹੋਏ ਮਾਲਕ ਬਣ ਜਾ ਸਾਰੇ ਕਾਸੇ ਦਾ। ਆਪਣੇ ਕਰ ਸੋ ਦੀਜੀਏ। ਤੇ ਇਸ ਤਰ੍ਹਾਂ ਸਾਨੂੰ ਆਖਿਆ ਭਾਈ ਵਾਹਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਸਾਹਿਬ ਜੀ ਆਖਿਆ ਵੀ ਜੋ ਕੁਝ ਕਰਨਾ ਲੈਣਾ ਦੇਣਾ ਉਹ ਪ੍ਰਿਥੀ ਚੰਦ ਨੂੰ ਆਖੋ ਲੈਣਾ ਵੀ ਤੂੰ ਆਪ ਹੈ ਤੇ ਆਪਦੇ ਹੱਥਾਂ ਨਾਲ ਹੀ ਦੇ ਦੇ ਜਿਹਨੂੰ ਦੇਣਾ ਹੈ। ਜਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਰਾ ਕੁਝ ਤੂੰ ਲੈ ਲੈ, ਸਾਨੂੰ ਗੁਜ਼ਾਰੇ ਜੋਗੀ ਜਿਹੜੀ ਚੀਜ਼ ਤੂੰ ਘਰੋਂ ਚੁੱਕ ਕੇ ਦਏਗਾ ਨਾ ਅਸੀਂ ਉਸੇ ਨਾਲ ਹੀ ਗੁਜ਼ਾਰਾ ਕਰ ਲਾਂਗੇ, ਆਪਦੇ ਹੱਥ ਨਾਲ ਸਾਨੂੰ ਦੇ ਦਿਆ ਕਰੀਂ। ਹਮ ਨਮਰ ਖਰੋਏ ਤੇ ਅਸੀਂ ਹੱਥ ਜੋੜ ਕਰਕੇ ਨਿਮਰਤਾ ਸਹਿਤ ਤੇਰੇ ਅੱਗੇ ਖੜਾ ਕਰਾਂਗੇ। ਤੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਕਹਿ ਰਹੇ ਹੈ ਪ੍ਰਿਥੀ ਚੰਦ ਅਸੀਂ ਤੇਰੇ ਅੱਗੇ ਹੱਥ ਜੋੜ ਕੇ ਖੜੇ ਰਿਹਾ ਕਰਾਂਗੇ, ਜਿਹੜੀ ਚੀਜ਼ ਤੂੰ ਸਾਨੂੰ ਵਰਤਣ ਨੂੰ ਦੇ ਦੇਵੇਂਗਾ ਨਾ ਉਹੀ ਚੀਜ਼ ਅਸੀਂ ਅੰਮ੍ਰਿਤਸਰ ਸਾਹਿਬ ਚੋਂ ਲਵਾਂਗੇ, ਅਨਿਥਾ ਦੂਜੀ ਚੀਜ਼ ਨੂੰ ਹੱਥ ਨਹੀਂ ਲਾਵਾਂਗੇ। ਭਾਈ ਗੁਰਦਾਸ ਜੀ ਦੱਸ ਰਹੇ ਹਨ। ਜਬ ਸਭ ਕਹਿ ਗੁਰਦਾਸ ਜੀ। ਇਸ ਤਰ੍ਹਾਂ ਖਾਲਸਾ ਜੀ ਭਾਈ ਗੁਰਦਾਸ ਜੀ ਜਦੋਂ ਸਾਰੀ ਗੱਲਬਾਤ ਪ੍ਰਿਥੀ ਚੰਦ ਨੂੰ ਦੱਸੀ ਹੈ, ਗਾਥਾ ਸਮਝਾਈ ਸਤਿਗੁਰਾਂ ਦੀ ਦੱਸੀ ਹੋਈ ਸਾਰੀ ਗਾਥਾ ਸਿਧਾਂਤ ਮਹਾਰਾਜ ਦੇ ਮਨ ਦੀ ਗੱਲ ਸਾਰੀ ਪ੍ਰਿਥੀ ਚੰਦ ਨੂੰ ਸਮਝਾ ਦਿੱਤੀ ਹੈ। ਸੁਨਤ ਕਪਿਓ ਪ੍ਰਿਥਿਆ ਅਧਿਕ। ਇਹ ਸਾਧ ਸੰਗ ਜੀ ਮੂਰਖ ਮਤੀ ਹੈ, ਹੰਕਾਰ ਨੇ ਕ੍ਰੋਧ ਨੇ ਪ੍ਰਿਥੀ ਚੰਦ ਦੇ ਮੱਤ ਤੇ ਪਰਦਾ ਪਾਇਆ ਹੋਇਆ। ਗੁੱਸਾ ਕ੍ਰੋਧ ਸਾਧ ਸੰਗ ਜੀ ਬੰਦੇ ਨੂੰ ਅਕਲ ਅੰਨਾ ਕਰ ਦਿੰਦਾ ਹੈ। ਭਾਈ ਗੁਰਦਾਸ ਜੀ ਤਾਂ ਇਹ ਸਮਝਾਉਣ ਤੇ ਪ੍ਰਿਥੀ ਚੰਦ ਨੇ ਸੁਣਿਆ ਨਾ ਭਾਈ ਗੁਰਦਾਸ ਜੀ ਦੀਆਂ ਗੱਲਾਂ ਨੂੰ ਤੇ ਬੜਾ ਤਪ ਗਿਆ ਹੈ। ਜੁਗ ਭਾਉ ਚੜਾਈ ਤੇ ਦੋਵੇਂ ਸਹੇਲੀਆਂ ਦੀਆਂ ਨਾ ਮੱਥੇ ਵੱਟ ਜੇ ਪਾ ਕੇ ਤਾਂ ਚੜਾ ਲਈਆਂ ਨੇ। ਲਾਲ ਆਂਖ ਦਿਖ ਰਾਵ ਤੋ ਤੇ ਡੇਲੇ ਜੇ ਲਾਲ ਲਾਲ ਕਰਕੇ ਗੁੱਸੇ ਦੇ ਨਾਲ ਭਾਈ ਗੁਰਦਾਸ ਜੀ ਨੂੰ ਕੱਢਦਾ ਵਿਖਾਉਂਦਾ ਹੈ। ਓਠਣ ਫਰਕਾ ਹੋਠਣ ਫਰਕਾਵੈ। ਤੇ ਜਿਹੜੇ ਬੁੱਲ ਹੈ ਗੁੱਸੇ ਦੇ ਨਾਲ ਫੜਕਾਉਂਦਾ ਹੈ ਤੇ ਗੁੱਸਾ ਜਿਹਾ ਕੱਢਦਾ ਭਾਈ ਗੁਰਦਾਸ ਜੀ ਨੂੰ, ਅੱਖਾਂ ਨੀਆਂ ਵਿਖਾਉਂਦਾ, ਮੱਥੇ ਤਿਉੜੀਆਂ ਪਾਉਂਦਾ ਹੈ। ਬੋਲ ਨ ਆਵਤ ਕ੍ਰੋਧ ਮਹਿ। ਤੇ ਹੁਣ ਕ੍ਰੋਧ ਇੰਨਾ ਭਰਿਆ ਵੀ ਹੁਣ ਬੋਲਿਆ ਨਹੀਂ ਜਾਂਦਾ, ਪਰ ਐਨ ਲੋਹਾ ਲਾਖਾ ਹੋ ਗਿਆ, ਅੱਖਾਂ ਲਾਲ ਹੈ, ਮੱਥੇ ਵੱਟ ਪਾਏ ਹੋਏ, ਸਹੇਲੀਆਂ ਦੀਆਂ ਚਾੜੀਆਂ ਹੋਈਆਂ, ਬੁੱਲ ਗੁੱਸੇ ਨਾਲ ਫੜਕਦੇ ਆ, ਮੂੰਹੋਂ ਕੁਝ ਬੋਲਿਆ ਨਹੀਂ ਜਾਂਦਾ, ਇੰਨਾ ਕ੍ਰੋਧ ਚੜਿਆ ਹੈ। ਬਹ ਸਵਾਸ ਚੜਾਵੈ ਤੇ ਉੱਚਾ ਲੰਮਾ ਸਾਹ ਜਿਹਾ ਚੜਾ ਕੇ ਇਸ ਤਰ੍ਹਾਂ ਔਖਾ ਜਿਹਾ ਹੁੰਦਾ ਹੈ, ਕਿਉਂਕਿ ਭਾਈ ਗੁਰਦਾਸ ਜੀ ਦਾ ਪਤਾ ਸੀ ਨਾ ਇਹਨੂੰ ਭਾਈ ਪ੍ਰਿਥੀ ਚੰਦ ਨੂੰ ਵੀ ਇਹਨਾਂ ਲਿਹਾਜ਼ ਨਹੀਂ ਰੱਖਣਾ, ਕਿਉਂਕਿ ਮਾਮਾ ਲੱਗਦੇ ਸੀ ਰਿਸ਼ਤੇ ਵਿੱਚ। ਬੋਲਦਾ ਨਹੀਂ ਅੱਗੋਂ, ਪਰ ਔਖਾ ਪੀੜਾ ਜਿਹਾ ਬਹੁਤ ਹੋ ਰਿਹਾ ਹੈ। ਲੱਗਿਓ ਨਿਕਾਸਣ ਗਾਰ ਬਹਾ। ਪਰ ਜਦੋਂ ਨਾ ਗੁੱਸਾ ਕੋਈ ਸਮਾਂ ਤਾਂ ਠੱਲਿਆ, ਭਾਈ ਗੁਰਦਾਸ ਜੀ ਨੂੰ ਨਾ ਬੋਲਿਆ, ਕੁਝ ਕੁ ਸਮਾਂ ਚੁੱਪ ਰਹਿ ਕੇ ਜਦੋਂ ਨਾ ਰਿਹਾ ਗਿਆ ਤੇ ਫਿਰ ਭਾਈ ਗੁਰਦਾਸ ਜੀ ਨੂੰ ਕਹਿੰਦੇ ਕਵੀ ਜੀ ਕਹਿ ਰਹੇ ਵੀ ਗਾਲਾਂ ਕੱਢਣ ਲੱਗਿਆ ਪ੍ਰਿਥੀ ਚੰਦ। ਰਿਸ਼ਤੇ 'ਚ ਮਾਮਾ ਲੱਗਦੇ ਭਾਈ ਗੁਰਦਾਸ ਜੀ ਤੇ ਪ੍ਰਿਥੀ ਚੰਦ ਗਾਲਾਂ ਕੱਢਣ ਲੱਗ ਪਿਆ ਹੈ। ਕਹਿ ਬਾਕ ਕਠੋਰਾ ਤੇ ਬੜੇ ਭੈੜੇ ਭੱਦੀ ਸ਼ਬਦਾਵਲੀ ਕਠੋਰ ਬਚਨ ਗੁੱਸੇ ਵਿੱਚ ਬੋਲਣ ਲੱਗਿਆ। ਪੂਰਬ ਕਪਟ ਵਿਸ਼ਾਲ ਕਰ। ਕਹਿੰਦਾ ਮੈਂ ਜਾਣਦਾ ਸਾਰਿਆਂ ਨੂੰ, ਪਹਿਲਾਂ ਮੇਰੇ ਨਾਲ ਬੜਾ ਵੱਡਾ ਧੋਖਾ ਕੀਤਾ ਹੋਇਆ ਹੈ। ਅਪਮਾਨ ਸੋ ਮੋਰਾ। ਮੇਰੀ ਬੇਇੱਜ਼ਤੀ ਕੀਤੀ ਸਾਰੇ ਸ਼ਹਿਰ ਵਿੱਚ। ਜਿਸ ਅਰਜੁਨ ਦੇਵ ਦੀ ਗੱਲ ਇਹ ਮਾਮਾ ਭਾਈ ਗੁਰਦਾਸ ਤੂੰ ਕਰਦਾ ਹੈ ਨਾ, ਉਸ ਅਰਜੁਨ ਦੇਵ ਨੇ ਪਹਿਲਾਂ ਸਾਰੇ ਸ਼ਹਿਰ ਵਿੱਚ ਮੇਰੀ ਸਭ ਸਿੱਖਾਂ ਸਾਹਮਣੇ ਬੇਇੱਜ਼ਤੀ ਕੀਤੀ ਹੈ, ਮੇਰੀ ਪੱਤ ਰੋਲੀ ਹੈ। ਤੋਹਮਤ ਝੂਠ ਲਗਾਇਓ। ਮੇਰੇ ਤੇ ਝੂਠੀ ਤੋਹਮਤ ਲਾਈ ਆ ਕਿ ਇਹਨੇ ਸਾਡੇ ਪੁੱਤ ਨੂੰ ਜ਼ਹਿਰ ਦਿੱਤਾ ਤੇ ਦਾਈ ਵੀ ਭੇਜੀ, ਸੱਪ ਛਡਵਾਇਆ ਸੀ ਘਰੇ। ਹਾਲਾਂਕਿ ਝੂਠ ਤਾਂ ਕੋਈ ਨਹੀਂ ਸੀ, ਹੈ ਤਾਂ ਸੱਚ ਹੀ ਸੀ, ਪਰ ਇਹ ਚਤੁਰ ਬਹੁਤ ਹੈ ਨਾ। ਕਹਿੰਦਾ ਮਾਮਾ ਜੀ ਉਹ ਜਿਹਦੀ ਗੱਲ ਕਰਦੇ ਨਾ ਅਰਜੁਨ ਦੇਵ ਨਾਲ ਸੁਲਾ ਕਰ ਲਵਾਂ, ਕਿਵੇਂ ਕਰ ਲਵਾਂ? ਮੇਰੀ ਬੇਇੱਜ਼ਤੀ ਕਰਵਾਈ ਇਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਨਗਰ ਦੇ ਵਿੱਚ, ਮੇਰੇ ਤੇ ਝੂਠੀਆਂ ਤੋਹਮਤਾਂ ਜੜੀਆਂ ਹਨ। ਨਿੰਦਾ ਬਿਦਤਾਈ। ਤੇ ਸਾਰਿਆਂ ਵਿੱਚ ਮੇਰੀ ਨਿੰਦਾ ਕਰਵਾਈ, ਸਿੱਖਾਂ ਨੂੰ ਕਹਿ ਕੇ ਇਹ ਗੱਲ ਦਾ ਰੌਲਾ ਪਵਾ ਦਿੱਤਾ ਵੀ ਬ੍ਰਾਹਮਣ 500 ਰੁਪਏ 'ਚ ਖਰੀਦ ਕੇ ਤੇ ਹਰਗੋਬਿੰਦ ਸਾਹਿਬ ਨੂੰ ਦਹੀਂ 'ਚ ਜ਼ਹਿਰ ਦਵਾਉਂਦਾ ਪ੍ਰਿਥੀ ਚੰਦ। ਮੈਂ ਐ ਕਰ ਸਕਦਾ ਭਲਾ? ਮੈਂ ਕਿਵੇਂ ਹੁਣ ਉਹਨਾਂ ਨਾਲ ਸੁਲਾਹ ਕਰ ਲਵਾਂ?
ਉਹਨਾਂ ਸਾਰੇ ਸ਼ਹਿਰ ਵਿੱਚ ਮੇਰੀ ਨਿੰਦਾ ਕਰਵਾਈ ਹੈ। ਸਭ ਲੋਕਣ ਕੇ ਪਾਸ ਤੇ ਸਾਰੇ ਅੰਮ੍ਰਿਤਸਰ ਸਾਹਿਬ ਦੀ ਜਿੰਨੀ ਸੰਗਤ ਸਭ ਲੋਕਾਂ ਦੇ ਕੋਲੋਂ ਬਾਹਗਾਰ ਦਿਵਾਈ ਮੈਨੂੰ ਬੜੀਆਂ ਗਾਲਾਂ ਕਢਵਾਈਆਂ। ਸਭ ਮੇਰੇ ਘਰੇ ਆ ਕੇ ਸਾਰੀ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਲੋਕ ਐ ਮੈਨੂੰ ਘਰੇ ਆ ਕੇ ਮੇਰੇ ਮੂੰਹ ਤੇ ਮੰਦਾ ਚੰਗਾ ਬੋਲਦੇ ਰਹੇ ਆ। ਇਹ ਸਾਰੀ ਦੇਣ ਉਸ ਗੁਰੂ ਅਰਜਨ ਦੇਵ ਦੀ ਹੈ। ਅਬ ਹੈ ਮਨਾਵਨ ਕੋ ਪਠਿਓ ਤੇ ਹੁਣ ਵੇਖੋ, ਹੁਣ ਜਦੋਂ ਮੈਂ ਸ਼ਹਿਰ ਛੱਡ ਕੇ ਆ ਗਿਆ ਤੇ ਮਗਰ ਮੈਨੂੰ ਮਨਾਉਣ ਵਾਸਤੇ ਤੁਹਾਨੂੰ ਭੇਜ ਦਿੱਤਾ ਹੈ। ਛਲ ਔਰ ਉਠਾਵਾ ਹੁਣ ਹੋਰ ਧੋਖਾ, ਪਹਿਲਾਂ ਮੇਰੀ ਉੱਥੇ ਸੱਦ ਕੇ ਬੇਇੱਜ਼ਤੀ ਕਰਦੇ ਆ, ਨਿੰਦਾ ਕਰਵਾਉਂਦੇ ਆ, ਝੂਠ ਫਲਾਉਂਦੇ ਵੀ ਇਹ ਸਾਡੇ ਪੁੱਤ ਨੂੰ ਜ਼ਹਿਰ ਦਿੰਦਾ। ਜੇ ਮੈਂ ਛੱਡ ਕੇ ਆ ਗਿਆ ਨਾ ਹੁਣ ਅੰਮ੍ਰਿਤਸਰ ਸ਼ਹਿਰ ਨੂੰ, ਤੇ ਹੁਣ ਸੰਗਤ ਸਾਹਮਣੇ ਸਿਆਣੇ ਬਣਦੇ ਆ ਕਿ ਪ੍ਰਿਥੀ ਚੰਦ ਨੂੰ ਮਨਾ ਕੇ ਲਿਆਓ, ਤੇ ਤੁਹਾਨੂੰ ਬਹੁਤੇ ਸਿਆਣੇ ਜਾਣ ਕੇ ਮੇਰੇ ਪਿੱਛੇ ਮਨਾਉਣ ਵਾਸਤੇ ਘੱਲ ਦਿੱਤਾ। ਇਹ ਕਿੱਡਾ ਵੱਡਾ ਧੋਖਾ ਹੋ ਰਿਹਾ ਹੈ। ਪ੍ਰਥਮ ਨਿਕਾਸਿਓ ਪੁਰੀ ਤੇ ਪਹਿਲਾਂ ਤਾਂ ਮੈਨੂੰ ਸੰਗਤਾਂ ਤੋਂ ਨਿੰਦਾ ਕਰਵਾ ਕੇ, ਝਗੜਾ ਕਰਵਾ ਕੇ ਪਹਿਲਾਂ ਸ਼ਹਿਰ ਵਿੱਚੋਂ ਕਢਵਾ ਦਿੱਤਾ ਸੀ। ਉਤਸਾਹ ਵਧਾਵਾ ਬੜੇ ਖੁਸ਼ ਹੁੰਦੇ ਸੀ, ਤਾੜੀਆਂ ਮਾਰਦੇ ਸੀ ਸਾਰੇ ਮੈਨੂੰ ਉੱਥੋਂ ਕਢਵਾ ਕੇ। ਅਬ ਲਾਤ ਮੁਕੋ ਨਹਿ ਲੱਗੀ ਤੇ ਅਜੇ ਤੱਕ ਤਾਂ ਭਾਈ ਗੁਰਦਾਸ ਜੀ ਕਹਿ ਦਿਓ ਅਰਜਨ ਦੇਵ ਨੂੰ ਵੀ ਅਜੇ ਤੱਕ ਨਹੀਂ ਤੁਹਾਨੂੰ ਲੱਗੀ ਇਹ ਗੱਲ। ਵਾਯੂ ਕੁਛ ਤਾਤੀ ਤੱਤੀ ਹਵਾ, ਅਜੇ ਤੱਕ ਤਾਂ ਤੱਤੀ ਹਵਾ ਤੁਹਾਨੂੰ ਲੱਗੀ ਨਹੀਂ ਹੈ। ਗਰਭਤ ਬੈਠਿਓ ਸਦਨ ਮਹਿ ਅਜੇ ਤਾਂ ਬੜੇ ਹੰਕਾਰੇ ਹੋਏ ਅਰਜਨ ਦੇਵ ਜੀ ਆਪਦੇ ਘਰ ਵਿੱਚ ਬੈਠੇ ਹੋਏ ਹਨ। ਅਜੇ ਨਹੀਂ ਕੁਝ ਵਿਗੜਿਆ ਉਹਨਾਂ ਦਾ। ਅਜੇ ਉਹਨਾਂ ਨੂੰ ਇਉਂ ਲੱਗਦਾ ਹੈ ਨਾ ਅਜੇ ਤਾਂ ਕੁਝ ਨਹੀਂ ਹੋਇਆ, ਅਜੇ ਤਾਂ ਮੈਂ ਘਰ ਹੀ ਛੱਡਿਆ, ਅਜੇ ਤਾਂ ਤੱਤੀ ਹਵਾ ਵੀ ਨਹੀਂ ਲੱਗੀ ਤੁਹਾਨੂੰ। ਉਹਨਾਂ ਨੂੰ ਦੱਸ ਦੇਣਾ ਜਾ ਕੇ। ਕਰ ਸੀਤਲ ਛਾਤੀ ਤੇ ਬੜੀ ਛਾਤੀ ਠੰਡੀ ਕਰਦੇ ਆ ਨਾ, ਆਪਦੀ ਠੰਡੀ ਛਾਤੀ ਕੀਤੀ ਇਹਨਾਂ ਨੇ ਮੈਨੂੰ ਉਸ ਅੰਮ੍ਰਿਤਸਰ ਸ਼ਹਿਰ ਵਿੱਚੋਂ ਕਢਵਾ ਕੇ। ਪ੍ਰਿਥੀ ਅਨਾਦਰ ਪ੍ਰਿਥੀਆ ਹਾਂ, ਪ੍ਰਿਥੀ ਅਨਾਦਰ, ਇਹ ਜਾਣ ਲਓ ਵੀ ਪ੍ਰਿਥੀ ਇਹਦਾ ਅਨਾਦਰ ਕੀਤਾ ਹੈ ਇਹਨਾਂ ਨੇ, ਮੇਰਾ ਅਨਾਦਰ ਕੀਤਾ, ਬੇਪਤੀ ਕੀਤੀ ਹੈ। ਸੁਲਹੀ ਮਿਲ ਬੀਜੰ ਤੇ ਇਹ ਜਾਣ ਲਓ ਵੀ ਜਿਹੜੀ ਇਹ ਮੈਂ ਪ੍ਰਿਥੀ ਚੰਦ ਦਾ ਜਿਹੜੀ ਬੇਇੱਜ਼ਤੀ ਕੀਤੀ ਉਹ ਮਿੱਟੀ ਹੈ। ਤੇ ਜਿਹੜਾ ਸੁਲਹੀ ਹੈ ਨਾ ਭਾਈ ਗੁਰਦਾਸ ਜੀ ਸੁਣੋ, ਉਹ ਸੁਲਹੀ ਜਾਨੋ ਮੈਨੂੰ 20 ਮਿਲ ਚੁੱਕਾ ਹੈ। ਲੱਗਿਓ ਜੋ ਤਾਲ ਪ੍ਰਤਾਪ ਭਾ ਸੁਲਹੀ ਦਾ ਮਿਲਣਾ ਬੀਜ ਹੈ। ਲੱਗੇ ਜੋ ਤਾਲ ਪ੍ਰਤਾਪ, ਜਿਹੜਾ ਮੈਂ ਇਸੇ ਸਰੋਵਰ ਬਣਾਇਆ, ਇਹ ਸਰੋਵਰ ਦਾ ਜਿਹੜਾ ਬਹੁਤ ਪ੍ਰਤਾਪ ਫੈਲ ਰਿਹਾ ਹੈ। ਇਹ ਸੀਚਨ ਕੀ ਜੰਗ ਇਹ ਸਮਝ ਲਓ ਪਾਣੀ ਲੱਗਿਆ ਹੋਇਆ ਹੋਵੇ ਜਿਵੇਂ ਧਰਤੀ ਨੂੰ। ਦਿੱਲੀ ਕੋ ਜਬ ਗਮਨ ਹਵੈ ਤੇ ਜਦੋਂ ਮਾਮਾ ਜੀ ਮੈਂ ਦਿੱਲੀ ਨੂੰ ਜਾਵਾਂਗਾ, ਤੁਰਕਾਂ ਦੇ ਪਾਸ, ਜਹਾਂਗੀਰ ਦੇ ਪਾਸ ਪਹੁੰਚਾਂਗਾ, ਤਰਵਰ ਉਗਵੈ ਹੈ ਅਸਲੀ ਬੀਜ ਦੁਸ਼ਮਣੀ ਦਾ ਤਾਂ ਉਦੋਂ ਉੱਗਣਾ ਜਦੋਂ ਮੈਂ ਜਾਵਾਂਗਾ ਨਾ, ਗੁਹਾਰ ਲੈ ਕੇ, ਫਰਿਆਦੀ ਬਣ ਕੇ। ਜਦੋਂ ਤੁਰਕਾਂ ਦੇ ਪਾਸ ਮੈਂ ਮੁਕੱਦਮਾ ਕਰਾਂਗਾ, ਉਦੋਂ ਦੁਸ਼ਮਣੀ ਦਾ ਬੀਜ ਤਾਂ ਅਸਲੀ ਉਦੋਂ ਉੱਗਣਾ ਹੈ। ਜਹਾਂਗੀਰ ਸੋ ਮੇਲ ਮਾਮਾ ਤੇ ਜਦੋਂ ਮੇਰਾ ਮੇਲ ਮਿਲਾਪ ਹੋ ਗਿਆ ਜਹਾਂਗੀਰ ਬਾਦਸ਼ਾਹ ਦੇ ਨਾਲ, ਉੱਚੋ ਵੱਧ ਜੈ ਹੈ ਉਦੋਂ ਇਹ ਦੁਸ਼ਮਣੀ ਦਾ ਬੂਟਾ ਹੋਰ ਉੱਚਾ ਵੱਧ ਜਾਵੇਗਾ। ਜਬ ਮੈਂ ਕਰਾਂ ਪੁਕਾਰ ਤਿਸ ਤੇ ਜਦੋਂ ਮੈਂ ਮੁਕੱਦਮਾ ਕਰਾਂਗਾ ਅਰਜਨ ਦੇਵ ਤੇ ਜਹਾਂਗੀਰ ਦੇ ਪਾਸ, ਕੁਸ ਮਨ ਜਤ ਫੂਲੇ ਉਹ ਦੁਸ਼ਮਣੀ ਦਾ ਬੂਟਾ ਜਿਹੜਾ ਉਹ ਫੁੱਲਾਂ ਦੇ ਸਹਿਤ ਫਲੀ ਪੂਤ ਹੋ ਜਾਵੇਗਾ। ਰਿਸਹਿ ਸ਼ਾਹੇ ਬਡ ਗੰਧ ਹੋਏ ਤੇ ਜਦੋਂ ਉਹ ਸ਼ਾਹੇ ਕਹੀਏ ਜਹਾਂਗੀਰ ਗੁੱਸੇ ਹੋਵੇਗਾ ਨਾ, ਉਹ ਕਹਿ ਲਓ ਵੀ ਫੁੱਲਾਂ ਵਿੱਚੋਂ ਜਿਵੇਂ ਸੁਗੰਧੀ ਆਉਂਦੀ ਦੁਸ਼ਮਣੀ ਦੇ ਬੂਟੇ ਦੇ ਫੁੱਲਾਂ ਵਿੱਚੋਂ, ਉਦੋਂ ਸੁਗੰਧੀ ਆਵੇਗੀ ਜਦੋਂ ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਦੇਵ ਤੇ ਗੁੱਸੇ ਹੋਵੇਗਾ। ਮਮ ਪੱਖ ਸੁਚੁੱਲੈ ਤੇ ਮੇਰਾ ਪੱਖ ਕਰਨ ਰੂਪੀ ਉਹ ਝੂਲੇ ਮਾਰੇਗਾ ਦੁਸ਼ਮਣੀ ਦਾ ਬੂਟਾ। ਇਹ ਅਲੰਕਾਰ ਬਨ ਕੇ ਕਵੀ ਜੀ ਦੱਸ ਰਹੇ ਹਨ। ਅਰਜਨ ਕੋ ਮੰਗਵਾਏਗਾ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਫੜ ਕੇ ਨੂੜ ਕੇ ਤੇ ਦਿੱਲੀ ਦੇ ਤਖਤ ਵਿੱਚ ਲੈ ਆਂਦਾ ਤਾਂ ਫਲ ਲੱਗਹਿ ਭਾਰੂ ਉਹ ਸਮਝ ਲਓ ਫਲ ਲੱਗ ਜਾਵੇਗਾ ਦੁਸ਼ਮਣੀ ਦੇ ਬੂਟੇ ਨੂੰ। ਮੈਂ ਗੁਰਤਾ ਤਬ ਲੈ ਹਾਂ ਤੇ ਜਦੋਂ ਮੈਂ ਗੁਰਤਾ ਪ੍ਰਾਪਤ ਕਰ ਲਵਾਂਗਾ, ਗੁਰੂ ਅਰਜਨ ਦੇਵ ਭਰਾ ਨੂੰ ਫੜਾ ਕੇ ਕੈਦ ਕਰਾ ਕੇ ਜਦੋਂ ਗੁਰਤਾ ਤਖਤ ਤੇ ਬਹਿ ਜਾਵਾਂਗਾ, ਇਹ ਪੱਕਹਿ ਚਾਰੂ ਤੇ ਜਾਣ ਲੈਣਾ ਵੀ ਫਿਰ ਉਹ ਫਲ ਜਿਹੜਾ ਦੁਸ਼ਮਣੀ ਦਾ ਬੂਟੇ ਨੂੰ ਲੱਗਿਆ ਉਹ ਚੰਗੀ ਤਰ੍ਹਾਂ ਪੱਕ ਜਾਵੇਗਾ। ਚਾਹੁ ਦਿਸ਼ ਕੀ ਸੰਗਤ ਮਹਾ ਜਦੋਂ ਮੈਂ ਤਖਤ ਤੇ ਬਹਿ ਜਾਵਾਂਗਾ,
ਮਹਾਨ ਸੰਗਤਾਂ ਚਾਰ ਚਫੇਰੇ ਦੀਆਂ ਦੇਸਾਂ ਵਿਦੇਸਾਂ ਦੀਆਂ ਅਰਪਹਿ ਧਨ ਲਿਆਈ। ਉਹ ਲਿਆ ਲਿਆ ਕੇ ਧਨ ਮੈਨੂੰ ਅਰਪਿਆ ਕਰਨਗੀਆਂ, ਮਾਇਆ ਦੇਣਗੀਆਂ, ਮੱਥਾ ਟੇਕਿਆ ਕਰਨਗੀਆਂ। ਬਸ ਰਹਿ ਜਸ ਸਭ ਜਗਤ ਮਹਿ। ਉਦੋਂ ਜਦੋਂ ਸਾਰੇ ਸੰਸਾਰ ਵਿੱਚ ਪ੍ਰਿਥੀ ਚੰਦ ਗੁਰੂ ਬਣ ਗਿਆ, ਪ੍ਰਿਥੀ ਚੰਦ ਹੀ ਅਸਲੀ ਸੱਚਾ ਗੁਰੂ, ਗੁਰੂ ਨਾਨਕ ਪਾਤਸ਼ਾਹ ਦੇ ਤਖਤ ਦਾ ਪੰਜਵਾਂ ਵਾਰਸ ਹੈ, ਜਦੋਂ ਸਾਰੇ ਸੰਸਾਰ ਵਿੱਚ ਮੇਰੀ ਸੋਭਾ ਫੈਲ ਜਾਵੇਗੀ ਹੋਏ ਵੱਡ ਵਡਿਆਈ। ਤੇ ਬਹੁਤ ਭਾਰੀ ਮੇਰੀ ਵਡਿਆਈ ਸੋਭਾ ਸਭ ਪਾਸੇ ਫਲੀ ਭੂਤ ਹੋਵੇਗੀ। ਇਹੋ ਫਲ ਲੈ ਬੇਹੇਤ ਮੈਂ। ਇਹ ਫਲ ਲੈਣਾ ਮੈਂ। ਉਹ ਆਂਦਾ ਆਹ ਫਲ ਮਿਲਣਾ। ਅਜੇ ਤਾਂ ਬੀਜ ਵੀ ਨਹੀਂ ਬੀਜਿਆ ਭਾਈ ਗੁਰਦਾਸ ਜੀ ਮਾਮਾ ਜੀ, ਅਜੇ ਤਾਂ ਸੁਲਹੀ ਮਿਲਿਆ ਮੈਨੂੰ, ਅਜੇ ਤਾਂ ਮੈਨੂੰ ਬੀਜ ਹੀ ਮਿਲਿਆ, ਮਿੱਟੀ ਮਿਲੀ ਹੈ, ਅਜੇ ਪਾਣੀ ਲੱਗਿਆ, ਵੱਤਰ ਹੀ ਹੈ। ਇਹ ਬੀਜ ਬੀਜਾਂਗਾ, ਉੱਗੇਗਾ, ਵੱਡਾ ਹੋਏਗਾ, ਫੁੱਲ ਲੱਗਣਗੇ, ਫਲ ਲੱਗੇਗਾ, ਫਲ ਪੱਕੇਗਾ। ਫਲ ਮੈਨੂੰ ਉਦਣ ਮਿਲਣਾ ਜਿੱਦਣ ਮੈਂ ਤਖਤ ਤੇ ਬਹਿ ਕੇ ਸਭ ਸੰਗਤਾਂ ਤੋਂ ਮੱਥੇ ਟਿਕਾਵਾਂਗਾ। ਗੁਰੂ ਅਰਜਨ ਦੇਵ ਜੇਲ੍ਹ ਵਿੱਚ ਹੋਣਗੇ, ਕੈਦ ਵਿੱਚ, ਉਦੋਂ ਮੇਰੇ ਮਨ ਨੂੰ ਸਕੂਨ ਮਿਲੇਗਾ। ਇਹ ਜਿਹੜਾ ਫਲ ਮੈਂ ਭਾਰੀ ਲੈਣ ਵਾਸਤੇ ਕਰ ਰਹਿਓ ਉਪਾਅ। ਅਜੇ ਤਾਂ ਮੈਂ ਸ਼ੁਰੂ ਕੀਤਾ ਕੰਮ, ਜਿਹੜਾ ਉਦਮ ਕਰਨਾ ਅਜੇ ਮੈਂ ਆਰੰਭ ਕੀਤਾ ਹੋਇਆ ਹੈ। ਤਬ ਜਾਣੋਗੇ ਤੁਮ ਹਿਰਦੈ। ਉਦੋਂ ਤੁਸੀਂ ਆਪਦੇ ਮਨ ਵਿੱਚ ਅਸਲੀ ਗੱਲ ਜਾਣਨਾ ਕਰੋਗੇ। ਜਬ ਮੈਂ ਕਰ ਪਾਉ। ਜਦੋਂ ਮੈਂ ਇਹ ਉਦਮ ਸਾਰੇ ਦਾ ਸਾਰਾ ਪੂਰਾ ਕਰਾਂਗਾ, ਜਦੋਂ ਮੇਰੀ ਸਾਰੀ ਵਿਉਂਤਬੰਦੀ ਨੇਪਰੇ ਚੜ ਜਾਵੇਗੀ। ਅਬ ਤੇ ਹੀ ਲਾਗਿਓ ਡਰਨ। ਜਦੋਂ ਮੈਂ ਕਰ ਹੱਥ ਵਿੱਚ ਪਾਉ, ਭਾਵ ਜਦੋਂ ਇਹ ਫਲ ਗੁਰਤਾ ਰੂਪੀ ਫਲ ਜਾਂ ਸੋਭਾ ਲੈਣ ਵਾਸਤੇ ਤਖਤ ਹਾਸਲ ਕਰਾਂਗਾ ਨਾ ਭਾਈ ਗੁਰਦਾਸ ਜੀ, ਉਦੋਂ ਪਤਾ ਲੱਗੂ ਤੁਹਾਨੂੰ ਤੇ ਤੁਹਾਡੇ ਭਣੇਵੇਂ ਗੁਰੂ ਅਰਜਨ ਦੇਵ ਜੀ ਨੂੰ, ਜਿਹਨੂੰ ਤੁਸੀਂ ਗੁਰੂ ਮੰਨਦੇ ਹੋ। ਤੋ ਜਾਣੋ ਫਿਰ ਸੁਣੋ, ਅਬ ਤੇ ਹੀ ਲਾਗਿਓ ਡਰਨ। ਉਹ ਗੁਰੂ ਅਰਜਨ ਦੇਵ ਹੁਣੇ ਡਰਨ ਲੱਗ ਗਏ ਐ, ਅਜੇ ਤਾਂ ਮੈਂ ਕੀਤਾ ਹੀ ਕੁਝ ਨਹੀਂ। ਤੇ ਵੇਖੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਤਾਂ ਕਹਿੰਦੇ ਵੀ ਦਰ ਦਰ ਧੱਕੇ ਖਾਊਗਾ, ਵੀ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਨੂੰ ਕਿੱਡਾ ਸਭ ਆਖਣਗੇ ਵੀ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਇੱਥੇ ਰੁਲਦਾ ਫਿਰਦਾ। ਤੇ ਉਹ ਭਾਈ ਗੁਰਦਾਸ ਜੀ ਦੀ ਗੱਲ ਸੱਚੀ ਹੋਈ ਨਾ, ਵੀ ਇਹਨੂੰ ਸਮਝਾਈ ਦਾ ਕੁਝ ਆ ਤੇ ਹੋਰ ਟੇਸ਼ਨ ਫੜ ਲੈਂਦਾ। ਭਾਈ ਗੁਰਦਾਸ ਜੀ ਨੂੰ ਕਹਿੰਦਾ ਜੇ ਤਾਂ ਮੈਂ ਕੀਤਾ ਹੀ ਕੁਝ ਨਹੀਂ। ਤੇ ਗੁਰੂ ਅਰਜਨ ਦੇਵ ਮਹਾਰਾਜ ਹੁਣੇ ਹੀ ਸੱਦੇ ਭੇਜਣ ਲੱਗ ਪਏ ਆ, ਹੁਣੇ ਹੀ ਡਰਨ ਲੱਗ ਪਏ ਆ ਮੇਰੇ ਪਾਸੋਂ। ਸੰਗ ਮਿਲਿਓ ਨ ਸ਼ਾਹੂ। ਓਏ ਅਜੇ ਤਾਂ ਮੈਂ ਜਹਾਂਗੀਰ ਨੂੰ ਮਿਲਿਆ ਤੱਕ ਨਹੀਂ, ਤੇ ਗੁਰੂ ਅਰਜਨ ਦੇਵ ਮਹਾਰਾਜ ਤਾਂ ਹੁਣੇ ਮਿੰਨਤਾਂ ਕੱਢੀ ਜਾਂਦੇ ਹਨ। ਮਿਟ ਹੈ ਬਾਤ ਮੈਂ ਗੁਰ ਰਹਾ। ਇਹ ਉਦੋਂ ਪਤਾ ਲੱਗੇਗਾ ਮੇਰੀ ਗੱਲ ਜਦੋਂ ਮਿਟੇਗੀ ਨਹੀਂ। ਇਹ ਸਾਰੀ ਗੱਲਬਾਤ ਤਾਂ ਉਦੋਂ ਮਿਟੇਗੀ ਜਦੋਂ ਭਾਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਦੋਂ ਮੈਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੁਹਾਨੂੰ ਤਾਂ ਭੇਜ ਰਹੇ ਆ ਭਾਈ ਗੁਰਦਾਸ ਜੀ, ਵੀ ਪ੍ਰਿਥੀ ਚੰਦ ਨਾ ਉੱਥੇ ਜਾਵੇਗਾ ਤੇ ਮੈਂ ਸਦਾ ਵਾਸਤੇ ਗੁਰੂ ਬਣਿਆ ਰਵਾਂ। ਕਿਤੇ ਪ੍ਰਿਥੀ ਚੰਦ ਸਾਨੂੰ ਗੁਰਤਾ ਤੋਂ ਨਾ ਉਤਾਰ ਦੇਵੇ, ਸਾਥੋਂ ਗੁਰਿਆਈ ਨਾ ਖੋਹ ਲਵੇ, ਤਾਂ ਸਾਰੇ ਉਪਾਅ ਕਰ ਰਹੇ ਹਨ। ਜਾਂ ਤੇ ਪਠ ਪਾਹੂ। ਤਾਂ ਹੀ ਤੁਹਾਨੂੰ ਮੇਰੇ ਮਗਰੋਂ ਭੇਜ ਰਹੇ ਹਨ, ਤਾਂ ਹੀ ਸੁਲਾ ਦੀਆਂ ਗੱਲਾਂ ਕਰਦੇ ਵੈ। ਏਵ ਨਹੀਂ ਕੁਛ ਲੈ ਬਹਾ। ਇਸ ਤਰ੍ਹਾਂ ਦਾ ਨਹੀਂ ਅਜੇ ਕੁਝ ਲੈਣਾ ਕੀਤਾ ਨਾ ਲਿਆ ਹੈ। ਛਲ ਤੁਮਨੇ ਠਾਨਾ। ਇਹ ਤਾਂ ਤੁਸੀਂ ਧੋਖਾ, ਐ ਨਹੀਂ ਮੈਂ ਤੁਹਾਨੂੰ ਲਈਦਾ। ਪ੍ਰਿਥੀ ਚੰਦ ਕਹਿੰਦਾ ਹੈ ਮੈਂ ਜਾਣਦਾ ਭਾਈ ਗੁਰਦਾਸ ਜੀ ਤੁਸੀਂ ਰਲੇ ਹੋਏ ਹੋ ਉਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ, ਤੇ ਇਹ ਛਲ ਠਾਣਿਆ ਹੋਇਆ ਤੁਸੀਂ ਮੈਨੂੰ ਆਪਦੇ ਚੇਪੇ ਵਿੱਚ ਲੈਣਾ ਚਾਹੁੰਦੇ ਹੋ, ਵੀ ਵਰਗਲਾ ਕੇ ਪ੍ਰਿਥੀ ਚੰਦ ਨੂੰ ਇੱਕ ਵਾਰੀ ਅੰਮ੍ਰਿਤਸਰ ਲੈ ਜਾਈਏ ਗੱਲ ਠੰਡੀ ਪੈ ਜਾਵੇਗੀ। ਐ ਨਹੀਂ ਤੁਹਾਡੀਆਂ ਗੱਲਾਂ ਵਿੱਚ ਮੈਂ ਆਉਂਦਾ। ਮੈਂ ਜਾਣਦਾ ਤੁਸੀਂ ਮਨ ਵਿੱਚ ਫਰੇਬ ਠਾਣਿਆ ਹੋਇਆ, ਧੋਖਾ ਕਰਦੇ ਹੋ। ਸੰਕਟ ਭੋਗਹਿਗੇ ਵੱਡੋ। ਜਾਣ ਲਓ ਤੁਸੀਂ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਹੀ ਵੱਡਾ ਸੰਕਟ, ਵੱਡਾ ਦੁੱਖ ਭੋਗੋਗੇ। ਤਬ ਮੈਂ ਸੁਖ ਮਾਨਾ। ਉਦੋਂ ਮੈਨੂੰ ਅਸਲੀ ਸੁਖ ਮਿਲੇਗਾ, ਉਦੋਂ ਮੈਂ ਖੁਸ਼ੀਆਂ ਮਨਾਵਾਂਗਾ। ਬਿਨਾ ਦੀਏ ਤੁਮ ਕਸ਼ਟ ਕੋ। ਜਾਣ ਲਓ ਤੇ ਦੱਸ ਦਿਓ ਭਾਈ ਗੁਰਦਾਸ ਜੀ ਮਾਮਾ ਜੀ ਗੁਰੂ ਅਰਜਨ ਦੇਵ ਜੀ ਨੂੰ, ਵੀ ਬਿਨਾ ਤੁਹਾਡੇ ਟੱਬਰ ਨੂੰ ਪਰਿਵਾਰ ਨੂੰ ਬਣਾਏ ਕੈਦ ਕਰਾਏ ਦੁੱਖ ਦਿੱਤੇ ਤੋਂ ਬਿਨਾ ਪੈ ਹਾਂ ਜਗ ਰਾਜੂ। ਵੀ ਮੈਂ ਬਵਾਂਗਾ ਨਹੀਂ। ਜਿੰਨਾ ਸਮਾਂ ਤੁਹਾਨੂੰ ਦੁੱਖ ਨਾ ਦੇਵਾਂ ਉਹਨਾਂ ਸਮਾਂ ਮੇਰਾ ਜੱਗ ਵਿੱਚ ਰਹਿਣਾ ਜਿਹੜਾ ਉਹ ਚਿੰਤਤ ਹੀ ਰਹੇਗਾ। ਜਗ ਚਾਹੇ ਮੈਂ ਸਾਰੇ ਸੰਸਾਰ ਦਾ ਰਾਜ ਵੀ ਪਾ ਲਵਾਂ, ਪਰ ਜਿੰਨਾ ਚਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਜੇਲ੍ਹ ਨਹੀਂ ਕਰਾਉਂਦਾ, ਉਹਨਾਂ ਨੂੰ ਬਣਵਾਉਂਦਾ ਨਹੀਂ ਪਰਿਵਾਰ ਸਮੇਤ, ਚਾਹੇ ਮੈਨੂੰ ਸਾਰੇ ਸੰਸਾਰ ਦਾ ਕੋਈ ਰਾਜਾ ਬਣਾ ਦੇਵੇ।
बिना दिए तुम कष्ट को। ਤੋ ਬਿਨਾਂ ਦਿੱਤੇ ਹੋਏ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਕਸ਼ਟ ਨੂੰ होहे न मोहे प्रसन्नता। ਪੈਹੋਂ ਜਗ ਰਾਜੂ, ਚਾਹੇ ਮੈਨੂੰ ਸਾਰੇ ਸੰਸਾਰ ਦਾ ਰਾਜ ਵੀ ਮਿਲ ਜਾਵੇ, ਹੋਏ ਨਾ ਮੋਹਿ ਪ੍ਰਸੰਨਤਾ, ਮੈਨੂੰ ਸੁਖ ਨਹੀਂ ਮਿਲੇਗਾ। ਹੇ ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸ ਦਿਓ ਵੀ ਤੁਹਾਨੂੰ ਬਣਾਏ ਬਿਨਾ, ਜੇਲ੍ਹ ਕਰਾਏ ਬਿਨਾ, ਦੁੱਖ ਦਿੱਤੇ ਬਿਨਾ, ਚਾਹੇ ਸਾਰੇ ਸੰਸਾਰ ਦਾ ਰਾਜਾ ਵੀ ਬਣ ਜਾਵੇ ਪ੍ਰਿਥੀ ਚੰਦ, ਪਰ ਮੈਨੂੰ ਸੁਖ ਦਾ ਸਾਹ ਉਦੋਂ ਮਿਲੇਗਾ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਜੇਲ੍ਹ ਪਿੱਛੇ ਵੇਖਾਂਗਾ, ਜਦੋਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਬਣਵਾ ਕੇ ਮਰਵਾਵਾਂਗਾ। होहे न मोहे प्रसन्नता। ਉਹਨਾਂ ਸਮਾਂ ਮੈਨੂੰ ਪ੍ਰਸੰਨਤਾ ਨਹੀਂ ਹੋਣੀ, ਖੁਸ਼ੀ ਨਹੀਂ ਮਿਲੇਗੀ। सो नह किछ काजू। ਰਾਜ ਭਾਗ ਵੀ ਮੇਰੇ ਕਿਸੇ ਕੰਮ ਨਹੀਂ ਜਿੰਨਾ ਚਿਰ ਅਰਜੁਨ ਦੇਵ ਸੁਖੀ ਹੈ, ਤੇ ਰਾਜ ਭਾਗ ਮੈਨੂੰ ਚਾਹੀਦਾ ਨਹੀਂ, ਮੈਨੂੰ ਕੱਲਾ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਦਾ ਦੁੱਖ ਵੇਖਣਾ ਮੈਂ ਮੰਗਦਾ ਹਾਂ, ਦੁੱਖ ਵੇਖਣ ਦੀ ਇੱਛਾ ਹੈ। कोट जतन जे करहोगे। ਜੇ ਕਰੋੜਾਂ ਯਤਨ ਵੀ ਜੇ ਕੋਈ ਕਰ ਲਵੇ ਹੁਣ ਪ੍ਰਿਥੀ ਚੰਦ ਨੂੰ ਮਨਾਉਣ ਵਾਸਤੇ, नह मिटह उपाधा। ਇਹ ਜਿਹੜਾ ਝਗੜਾ ਹੁਣ ਮਿਟੇਗਾ ਨਹੀਂ, ਇਹ ਗੱਲ ਮੈਂ ਇੱਕ ਸਿਰੇ ਲਾ ਕੇ ਛੱਡਾਂਗਾ, ਵਿੱਚ ਨਹੀਂ ਛੱਡਾਂਗਾ। गुरता लियूं परंत सोना। ਗੁਰਤਾ ਤਾਂ ਮੈਂ ਲੈ ਹੀ ਲੈਣੀ ਆ ਭਾਈ ਗੁਰਦਾਸ ਜੀ, ਪਰ ਤਾਂ ਵੀ ਇੱਕ ਗੱਲ ਮੇਰੀ ਹੋਰ ਕੰਨ ਖੋਲ ਸੁਣ ਲਵੋ। दे अर्जन बाधा। ਮੈਂ ਅਰਜਨ ਦੇਵ ਨੂੰ ਦੁਖੀ ਵੀ ਕਰਨਾ, ਗੁਰਿਆਈ ਵੀ ਲੈਣੀ ਹੈ, ਤੇ ਅਰਜੁਨ ਦੇਵ ਨੂੰ ਦੁਖੀ ਵੀ ਕਰਾਂਗਾ ਬਹੁਤ ਜ਼ਿਆਦਾ, ਪਰਿਵਾਰ ਸਮੇਤ ਦੁੱਖ ਭੋਗਣਗੇ। सुन कै पुन गुरदास ने। ਤੋ ਇਸ ਤਰ੍ਹਾਂ ਸਾਧ ਸੰਗੀ ਪ੍ਰਿਥੀ ਚੰਦ ਜਦੋਂ ਬਹੁਤ ਝਖਾ ਮਾਰਦਾ, ਬੋਲੀ ਗਿਆ, ਤੇ ਭਾਈ ਗੁਰਦਾਸ ਜੀ ਫਿਰ ਸੁਣੀ ਗਏ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਭਾਈ ਸਾਹਿਬ ਜੀਆਂ ਸੁਣ ਕਰਕੇ कर जोर बखाना। ਤੇ ਬਹੁਤ ਫਿਰ ਉੱਚੀ ਆਵਾਜ਼ ਵਿੱਚ ਦਬਕੇ ਸਹਿਤ ਐਨ ਪੱਬਰ ਸ਼ੇਰ ਵਾਂਗੂ ਭਬਕ ਕੇ ਭਾਈ ਗੁਰਦਾਸ ਜੀ ਬੋਲੇ ਐ। रामदास गुर एक के। ਭਾਈ ਗੁਰਦਾਸ ਜੀ ਕਹਿੰਦੇ, ਉਹ ਪ੍ਰਿਥੀ ਚੰਦ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਗੁਰੂ ਹੋਏ ਐ, ਉਸੇ ਸੱਚੇ ਪਾਤਸ਼ਾਹ ਮਹਾਰਾਜ ਦੇ नंदन मतवाना। ਮਤ ਵਾਲੇ ਪੁੱਤਰ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਦੇ ਸ਼੍ਰੇਸ਼ਟ ਮਤ ਵਾਲੇ ਪੁੱਤਰ ਹਨ। तीन भ्राता मिलह आब। ਤੇ ਤੂੰ ਵੀ ਸਿਆਣਾ ਬਣ, ਤਿੰਨੇ ਭਰਾ ਇਕੱਠੇ ਹੋ ਕਰਕੇ ਰਹੋ, ਇੱਕ ਦੂਜੇ ਨੂੰ ਮਿਲ ਕੇ ਪ੍ਰੇਮ ਦੇ ਨਾਲ, सुख सब ही लहो। ਤੇ ਸਾਰੇ ਹੀ ਸੁੱਖ ਲਓਗੇ। ਜੇ ਤਿੰਨੇ ਰਲ ਕੇ ਰਹੋਗੇ ਤੇ ਤਿੰਨਾਂ ਦਾ ਭਲਾ ਇਸੇ ਵਿੱਚ ਆ, ਤੁਸੀਂ ਸਦਾ ਹੀ ਸੁਖੀ ਰਹੋਗੇ। ਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਨਾਤਾ ਜੋੜ ਕੇ ਰੱਖੋਗੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਲ ਲਾ ਕੇ ਖਾਓਗੇ, ਪ੍ਰੇਮ ਸਹਿਤ ਰਹੋਗੇ, ਤੁਹਾਡਾ ਤਿੰਨਾਂ ਦਾ ਜਾਂ ਤੇਰਾ ਤੇ ਮਹਾਦੇਵ ਦਾ ਇਸੇ ਵਿੱਚ ਭਲਾ ਹੈ। नहीं पदार्थ की कमी। ਗੁਰੂ ਰਾਮਦਾਸ ਮਹਾਰਾਜ ਦਾ ਘਰ ਬਹੁਤ ਵੱਡਾ ਪ੍ਰਿਥੀ ਚੰਦ, ਉਥੇ ਪਦਾਰਥਾਂ ਦੀ ਕੋਈ ਕਮੀ ਘਾਟ ਨਹੀਂ ਹੈ। रल मिल के खैहा। ਰਲ ਮਿਲ ਕਰਕੇ ਉਥੇ ਰਹਿ ਕੇ ਲੰਗਰ ਵਿੱਚ ਸੇਵਾ ਕਰਨਾ ਭਲਿਆਂ ਤਰ੍ਹਾਂ, ਉਥੇ ਜਿੰਨਾ ਮਰਜ਼ੀ ਖਾ ਕੇ ਤੇ ਮੁੱਕਣ ਵਾਲਾ ਐ, ਆਪਣੇ ਪਰਿਵਾਰ ਨੂੰ ਬੰਨ ਕੇ ਗੱਡਿਆਂ ਤੇ ਸਮਾਨ ਤੇ ਤੁਰਿਆ ਫਿਰਨਾ। ਗੁਰੂ ਰਾਮਦਾਸ ਮਹਾਰਾਜ ਤੇਰੇ ਪਿਤਾ ਦਾ ਘਰ ਕਿੱਡਾ, ਤੇ ਤੈਨੂੰ ਖਾਣ ਦੀ ਭੁੱਖ ਹੈ ਨਾ ਕੱਲੀ। ਭਾਈ ਗੁਰਦਾਸ ਜੀ ਕਹਿੰਦੇ, ਉਥੇ ਰਹਿ ਕੇ ਜਿੰਨਾ ਮਰਜ਼ੀ ਖਾ, ਉਹ ਮੁੱਕਣ ਲੱਗਾ। ਅਟੁੱਟ ਭੰਡਾਰ ਹੈ ਸੱਚੇ ਪਾਤਸ਼ਾਹ ਦੇ ਘਰ ਦਾ। तीन मैं किह कुष्ट होए। ਹਾਂ, ਤਿੰਨਾਂ ਜਿੰਨਾ ਮਰਜ਼ੀ ਤੂੰ ਖਾਂਦਾ ਰਹਿ, ਛਕਣ ਛਕਾਉਣ ਨਾਲ ਕਿਤੇ ਮੁੱਕਣ ਲੱਗਾ। ਤੀਨਾਂ ਮਹਿ ਕੇ ਕਸ਼ਟ ਹੋਏ, ਜੇਕਰ ਤਿੰਨਾਂ ਦੇ ਵਿੱਚ ਕੋਈ ਕਸ਼ਟ ਦੁੱਖ ਹੋ ਜਾਂਦਾ ਹੈ सब हो दुखारे। ਤੇ ਸਾਰੇ ਹੀ ਦੁਖੀ ਹੋਵੋਗੇ। ਜੇ ਤੂੰ ਕਹਿਣਾ ਨਾ ਮੈਂ ਫੌਜ ਚੜਾ ਕੇ ਲੈ ਲਵਾਂਗਾ, ਤਖਤ ਲੈ ਲਵਾਂਗਾ, ਤੇ ਪ੍ਰਿਥੀ ਚੰਦ ਜਾਣ ਲੈ, ਤਿੰਨ ਭਰਾਓ, ਜੇ ਇਹੋ ਜੀ ਗੱਲ ਬਣੀ ਤੇ ਸੌਖਾ ਤੂੰ ਵੀ ਨਹੀਂ ਰਹਿਣਾ, ਤੇਰੇ ਕੱਖ ਪੱਲੇ ਵੀ ਕੁਝ ਨਹੀਂ ਪੈਣਾ। ਇਸ ਤਰ੍ਹਾਂ ਭਾਈ ਸਾਹਿਬ ਜੀ ਆਖਦੇ ਆ। ਭਰਾਤ ਆਪਣੇ ਕੇ ਕੋ ਮੋਹ ਤਬ। ਕਿਉਂਕਿ ਫਰਜ਼ ਕਰ ਪ੍ਰਿਥੀ ਚੰਦ, ਤੂੰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਉਣ ਦੀਆਂ ਗੱਲਾਂ ਕਰਦਾ ਹੈ ਜਹਾਂਗੀਰ ਪਾਸੋਂ। ਜੇ ਤੁਹਾਡੇ ਤਿੰਨਾਂ ਭਰਾਵਾਂ ਨੂੰ ਝਗੜੇ ਵਿੱਚ ਕੋਈ ਗੱਲ ਬਣਦੀ ਹੈ, ਤੇ ਕੀ ਇੱਕੋ ਢਿੱਡੋਂ ਜੰਮੇ ਹੋਣ ਕਰਕੇ ਭਰਾ ਪੁਣੇ ਦਾ ਪ੍ਰੇਮ ਦੇ ਕਰਕੇ ਤੇਰਾ ਦਿਲ ਨਾ ਦੁਖੇਗਾ? ਚਾਹੇ ਤੂੰ ਹੁਣ ਦੁਸ਼ਮਣ ਸਮਝਦਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ, ਪਰ ਜੇ ਤਿੰਨਾਂ ਵਿੱਚ ਕੋਈ ਗੱਲ ਬਣੀ, ਅੰਦਰ ਹੁੰਦੀ ਹੈ ਭਰਾ, ਦੁੱਖ ਜ਼ਰੂਰ ਹੋਵੇਗਾ।
ਸੁਖ ਨਹੀਂ ਮਿਲੇਗਾ ਕਦੇ ਵੀ, ਮਨ ਜ਼ਰੂਰ ਦੁਖਦਾ ਹੈ। ਤਬ ਬਿਦਤਾਏ ਤੁਮਾਰੇ। ਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਦੱਸਦੇ ਆ ਵੀ ਇਹ ਗੱਲ ਮੈਂ ਤੈਨੂੰ ਚੰਗੀ ਤਰ੍ਹਾਂ ਖੋਲ ਕੇ ਦੱਸ ਰਿਹਾ, ਪ੍ਰਗਟ ਹੋਵੇਗਾ। ਭਾਵ ਤੇਰੇ ਮਨ ਵਿੱਚ ਵੀ ਦੁੱਖ ਹੋਵੇਗਾ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕੁਝ ਹੋਇਆ। ਜੇ ਤੈਨੂੰ ਕੁਝ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਦੇ ਮਨ ਨੂੰ ਨਾ ਦੁੱਖ ਹੋਵੇਗਾ, ਮਹਾਦੇਵ ਨੂੰ ਨਾ ਦੁੱਖ ਹੋਵੇਗਾ। ਕਿਉਂ ਝਲੱਤਾ ਮਾਰਦਾ ਹੈ। ਜਾਣਦੇ ਹੋ ਰਿਸ ਪਾਛਲੀ। ਇਸ ਕਰਕੇ ਪਿਛਲਾ ਗੁੱਸਾ ਜਿਹੜਾ ਪੁੱਤਰ ਸਾਰੇ ਦਾ ਸਾਰਾ ਛੱਡ ਦੇ, ਜਾਣ ਦੇ ਕਿਸੇ ਪਾਸੇ ਨੂੰ। ਜਿਮ ਕਿਸ ਬਿਦ ਹੋਈ। ਚਲੋ ਜੋ ਹੋਇਆ ਹੋ ਗਿਆ, ਪਿੱਛੇ ਜਿੰਨੇ ਵੀ ਕੀਤਾ ਜੋ ਹੋਇਆ ਉਹਦੇ ਵਿੱਚ ਮਿੱਟੀ ਪਾ ਉਹਦੇ ਤੇ ਅੱਗੇ ਚੰਗੀ ਤਰ੍ਹਾਂ ਰਲ ਮਿਲ ਕਰਕੇ ਸੋਹਣੀ ਤਰ੍ਹਾਂ ਰਹਿ ਲੈਣਾ ਕਰ। ਕੋ ਜਾਣੈ ਕਿਨ ਬੁਰਾ ਕੀ। ਚਲੋ ਕੌਣ ਜਾਣਦਾ, ਕਿੰਨੇ ਜਾਣਨੀ ਇਹ ਗੱਲ ਵੀ ਕਿਹੜਾ ਮਾੜਾ ਤੁਹਾਡੇ ਤਿੰਨਾਂ ਚੋਂ, ਕਿੰਨੇ ਕਿਸ ਦਾ ਬੁਰਾ ਕੀਤਾ ਹੈ। ਪਰ ਹਰਿਏ ਸੋਈ। ਤੋ ਸਾਰਾ ਪਿਛਲੀ ਗੱਲ ਜਿਹੜੀ ਹੋਊਗੀ, ਕਿੰਨੇ ਕੀ ਕੀਤਾ, ਕਿੰਨੇ ਕੁਝ ਕੀਤਾ, ਜ਼ਹਿਰ ਦਿੱਤਾ, ਉਹ ਤੂੰ ਖਹਿੜਾ ਛੱਡ ਉਹਦਾ। ਪਿਛਲੀ ਸਾਰੀ ਦੀ ਸਾਰੀ ਗੱਲ ਤੇ ਮਿੱਟੀ ਪਾ, ਪਿਛਲੀਆਂ ਗੱਲਾਂ ਸਾਰੀਆਂ ਦਾ ਖਹਿੜਾ ਛੱਡ ਦੇ, ਭੁੱਲ ਜਾਣਾ ਕਰ। ਚੱਲਾਹ ਆਪ ਹੋਏ ਸਰਲ ਔਰ। ਤੇ ਹਿਰਦੇ ਦਾ ਸਰਲ ਹੋ ਕੇ ਸਿੱਧਾ ਮਨ ਦੀ ਸਾਰੀ ਮੈਲ ਈਰਖਾ ਛੱਡ ਕੇ ਮੇਰੇ ਨਾਲ ਤੁਰ ਪੈਣਾ ਕਰ। ਨਿਜ ਪੁਰੀ ਬਸੀਜੈ। ਤੇ ਐਵੇਂ ਨਾ ਇਥੇ ਤੁਰਿਆ ਫਿਰ ਬੰਨ ਕੇ ਡੰਡਾ ਡੋਰੀ ਗੱਡਿਆਂ ਤੇ ਤੁਰ ਮੇਰੇ ਨਾਲ ਪੁੱਤਰ ਪ੍ਰਿਥੀ ਚੰਦ। ਚੱਲ ਚੱਲੀਏ ਆਪਾਂ ਅੰਮ੍ਰਿਤਸਰ ਵਸ ਲਈਏ। ਮਿਲ ਦੇਹੋ ਦਰਸ਼ਨ ਸੰਗਤਾਂ। ਮਿਲ ਕੇ ਰਹੋ ਸਾਰੇ ਤੇ ਦਰਸ਼ਨ ਦੇਣੇ ਕਰ ਤੂੰ ਸਭ ਸੰਗਤਾਂ ਨੂੰ। ਵੱਡਾ ਪੁੱਤਰ ਹੈ ਗੁਰੂ ਰਾਮਦਾਸ ਜੀ ਦਾ। ਭੇਟਾ ਗਣ ਲੀਜੈ। ਚਾਹੇ ਜਿੰਨੀ ਭੇਟ ਆਊਗੀ ਤੂੰ ਸਾਰੀ ਦੀ ਸਾਰੀ ਲੈ ਲੈ। ਹਰਿਮੰਦਰ ਸਾਹਿਬ 'ਚ ਜਾ ਕੇ ਚਾਹੇ ਆਸਣ ਲਾ ਲੈ, ਜਿੱਥੇ ਮਰਜੀ ਬੈਠ, ਜਿੱਥੇ ਮਰਜੀ ਰਹੋ, ਸਾਰੀਆਂ ਭੇਟਾਵਾਂ ਵੀ ਤੂੰ ਲੈ ਲਵੀਂ। ਸ਼੍ਰੀ ਅਰਜਨ ਨਿਤ ਨਮਰ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਦਾ ਤੇਰੇ ਅੱਗੇ ਨਿਮਰਤਾ ਸਹਿਤ ਰਹਿਣਗੇ, ਹੁਣ ਵੀ ਰਹਿੰਦੇ ਆ, ਅੱਗੇ ਵੀ ਰਹਿਣਗੇ। ਛਲ ਝੂਠ ਬਹੀਨਾ। ਤੇ ਉਹਨਾਂ ਦੇ ਮਨ ਵਿੱਚ ਕੋਈ ਛਲ ਨਹੀਂ ਹੈ ਪ੍ਰਿਥੀ ਚੰਦ, ਉਹ ਝੂਠ ਤੋਂ ਰਹਿਤ ਹਨ। ਨਾ ਉਹਨਾਂ ਦੇ ਮਨ ਵਿੱਚ ਝੂਠ ਹੈ, ਨਾ ਉਹਨਾਂ ਦੇ ਮਨ ਵਿੱਚ ਕੋਈ ਛਲ ਧੋਖਾ ਕਪਟ ਹੈ। ਦਇਆ ਛਿਮਾ ਜੁਤ ਗਿਆਨ ਨਿਧ। ਕਿਉਂਕਿ ਉਹ ਦਇਆ ਦੇ ਖਜ਼ਾਨੇ ਹੈ, ਦਇਆ ਦੇ ਸਹਿਤ ਹੈ, ਤੇ ਛਿਮਾ ਕਰਨ ਵਾਲੇ ਵੱਡੇ ਵੱਡੇ ਔਗਣਾਂ ਨੂੰ ਗਿਆਨ ਦੇ ਸਮੁੰਦਰ ਹਨ। ਸਭ ਗੁਣਨ ਪ੍ਰਬੀਨਾ। ਤੇ ਸਾਰੇ ਗੁਣਾਂ ਵਿੱਚ ਬੜੇ ਪ੍ਰਬੀਣ ਹਨ, ਸੁਗੜ ਹਨ, ਸਿਆਣੇ ਹਨ। ਇਹ ਭਾਈ ਗੁਰਦਾਸ ਸਾਹਿਬ ਦੀਆਂ ਜਦੋਂ ਸੋਭਾ ਗਾਉਣਾ ਕੀਤੀ ਹੈ, ਅੱਗੇ ਕੱਢ ਕੇ ਵੇਖੀ, ਜਦੋਂ ਸੋਭਾ ਗਾਈ ਪ੍ਰਿਥੀ ਚੰਦ ਦੇ ਸਾਹਮਣੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ, ਤੋਂ ਸੁਣ ਕੇ ਪ੍ਰਿਥੀ ਚੰਦ ਸਾਧ ਸੰਗਤ ਜੀ ਫੇਰ ਬਹੁਤ ਕਲਪਿਆ ਵੀ ਇਹ ਮੈਨੂੰ ਮਨਾਉਣ ਆਏ ਆ, ਪਰ ਬਲਦੀ ਤੇ ਤੇਲ ਪਾਉਂਦੇ ਆ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸੋਭਾ ਸੁਣ ਕੇ ਜਰ ਨਹੀਂ ਨਾ ਸਕਦਾ ਸੀ ਇਹ ਪ੍ਰਿਥੀ ਚੰਦ। ਤੇ ਫਿਰ ਟੁੱਟ ਕੇ ਭਾਈ ਗੁਰਦਾਸ ਜੀਆਂ ਨੂੰ ਪਿਆ। ਭਾਈ ਗੁਰਦਾਸ ਜੀ ਫਿਰ ਉੱਥੋਂ ਆ ਗਏ ਸੀ। ਉਹ ਦੱਸਦੇ ਆ, ਕਹਿੰਦੇ ਇੱਕ ਵਾਰ ਲਿਖ ਕੇ ਆਏ ਸੀ ਪ੍ਰਿਥੀ ਚੰਦ ਨੂੰ, ਕਿਉਂਕਿ ਵਿਦਵਾਨ ਸੀ ਨਾ। ਉੱਥੇ ਫਿਰ ਇੱਕ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਭਾ ਤੇ ਵਾਰ ਲਿਖੀ ਸੀ ਭਾਈ ਗੁਰਦਾਸ ਜੀਆਂ, ਤੇ ਇੱਕ ਪੌੜੀ ਜਾਂ ਇੱਕ ਵਾਰ ਜਿਹੜੀ ਪ੍ਰਿਥੀ ਚੰਦ ਤੇ ਵੀ ਲਿਖ ਦਿੱਤੀ ਸੀ ਉੱਥੇ ਖੜੇ ਖਲੋਤਿਆਂ ਨੇ, ਵੀ ਤੂੰ ਇਹੋ ਜਿਹਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹੋ ਜਿਹੇ ਆ। ਉਹ ਅੱਗੇ ਫਿਰ ਭਾਈ ਗੁਰਦਾਸ ਜੀਆਂ ਸਤਿਗੁਰਾਂ ਨੂੰ ਆ ਕੇ ਮਿਲਣਾ, ਆਖਿਆ ਮਹਾਰਾਜ ਜਿਵੇਂ ਮੈਂ ਕਿਹਾ ਸੀ ਉਹੀ ਹੋਇਆ, ਵੀ ਉਹਨੂੰ ਇੱਕ ਪਾਸੇ ਤੋਰੀ ਉਹ ਦੂਜੇ ਪਾਸੇ ਨੂੰ ਜਾਂਦਾ, ਉਹਦਾ ਸੁਭਾਅ ਹੈ ਬਚਪਨ ਤੋਂ ਲੈ ਕੇ ਉਹ ਐਸਾ ਹੈ। ਤੋ ਇਸ ਤਰ੍ਹਾਂ ਪ੍ਰਿਥੀ ਚੰਦ ਨੇ ਫਿਰ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਝਗੜਾ ਕੀਤਾ। ਉਹ ਪ੍ਰਸੰਗ ਥੋੜਾ ਰਹਿ ਗਿਆ, ਉਹ ਕੱਲ ਦੇ ਦੀਵਾਨ ਵਿੱਚ ਆਵੇਗਾ। ਭਾਈ ਗੁਰਦਾਸ ਜੀਆਂ ਦਾ ਮਿਲਣਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਗੱਲ ਦਾ ਦੱਸਣਾ, ਉਹ ਜਿਵੇਂ ਅੱਗੇ ਪ੍ਰਸੰਗ ਆਉਂਦਾ ਆਪਾਂ ਕੱਲ ਦੇ ਦੀਵਾਨ ਵਿੱਚ ਸੁਣਾਂਗੇ। ਇੱਥੇ ਸਮਾਪਤੀ ਹੈ। ਮਹਾਰਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਸ਼੍ਰੀ ਅਰਜਨ ਨਿਤ ਨਮਰ ਹੈ। ਛਲ ਝੂਠ ਬਹੀਨਾ। ਦਇਆ ਛਿਮਾ ਜੁਤ ਗਿਆਨ ਨਿਧ। ਸਭ ਗੁਣਨ ਪ੍ਰਬੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾ।